परम सत्कारयोग गुरु जी की साजी निवाजी गुरु स्वरूप साध संगत जीओ सतगुरां दे बख्शे हुए उदम दे नाल सतगुरां दी बख्शी हुई प्रेरणा दा सदका आप माई भाई गुरु जी के दर्शनां दी प्यास लेके गुरु जी के बचनां दी भुख लेके गुरु जी के दरबार दियां हाजरियां भर रहे हैं। सतगुरां ने मेहर करके शामां दे नितनेम सत संगत दा अमोलक समां बख्शिया है। मेहर कीती है सतगुरां ने अगाध बोध अगम अगोचर दरगाही बाणी तुरकी बाणी सच्ची बाणी परमेश्वर दा साक्षात शब्द स्वरूप बाणी ओहदी विचार करन दा आपां नूं सुभागा समां बख्शे। अमृत वेले आप जी ने बेनतियां सरवण कीतियां सी। श्री गुरु ग्रंथ साहब जी दियां 22 वारां विचों राम कली राग विच गुरु घर दे कीर्तनीए जस करन वाले राय बलवंड जी राय सत्ता जी जिन्हां दी रचना तो ये वार आखी भाव गुरु जी नूं सुनाई गई। आखी तो भाव सुनाई गई। सवेरे थोड़े जे बचना विच तुहानूं बेनती कीती सी कि दोहां रागियां दे विचों सत्ता जी दी रागी दा विआह सी। सते दी धी सी। मंग कीती महाराज सानू कुछ माया बख्शो। कली मंग नहीं कीती नाल शर्त भी रख दी कि एक दिन दा चढ़ावा दो सानू। ये शर्त सी। गुरु महाराज कहंदे दसो केड़े दिन दा चढ़ावा चाहिए। कुदरती विसाखी नेड़े सी। अंदर कुछ तृष्णा सी कि विसाखी नूं चढ़ावा ज्यादा चढ़ूगा। महाराज कहंदे ठीक है। देवनेत ऐसी होई विसाखी नूं मौसम खराब हो गया। बारिश पैदल रस्ते हुंदे सी। तुहाडे वांग तां है नहीं कि कार च बैठे गुरुद्वारे दे गेट मूहरे उतर गए। उदों तुरना पैंदा सी। संगत घट आई ते उन्हां दे मन विच ख्याल हो गया कि गुरु जी समर्थ हन जान के ये काम कीता। शंका बड़ी छेती पैदा हुंदी है। शरधा बड़ी देर च पैदा हुंदी। बाणी विच जिक्र आउंदा है जिवें नेरे दा विरोधी शब्द चानना है। मित्र दा विरोधी शब्द वैरी है। सच दा विरोधी शब्द झूठ है। इसे तरह शरधा दा विरोधी शब्द शंका है। जिथे नेरा होवे उथे चढ़ना नहीं होना। चढ़ना होवे नेरा नहीं होना। जिथे शरधा है उथे शंका नहीं होनी। जिथे शंका है उथे शरधा नहीं। दुख न मनायो। शरधा तो हुण है ही नहीं। शंका दी पंड चकी फिरदे अज के आखो सत। शंका दी पंड चकी फिरदा हरेक सिख। दोहां च फर्क की है। शंका पैदा होंदे एक सेकंड दी भी लोड़ नहीं। एक सेकंड च कई बार तुहाडे घरे हो जाती है चीज इधर उधर हो गई। न्याणिया ते घर वाली ते शंका करेगा को सतनाम पता नहीं कीते कीते एक मिनट
ਸ਼ੰਕਾ ਪੈਦਾ ਹੋਣ ਲੱਗਿਆ ਇੱਕ ਸਕਿੰਟ ਦੀ ਵੀ ਲੋੜ ਨਹੀਂ, ਥੋੜਾ ਜਿਹਾ ਧਿਆਨ ਨਾਲ ਸੁਣਿਓ। ਸ਼ਰਧਾ ਪੈਦਾ ਹੋਣ ਖਾਤਰ ਸ਼ਾਇਦ ਕਈ ਜਨਮ ਲੱਗ ਜਾਣ। ਇੱਕ ਜਨਮ ਦੀ ਘਟਨਾ ਨਹੀਂ ਹੈ ਕਿ ਸ਼ਰਧਾ ਪੈਦਾ, ਇਹ ਕਈ ਜਨਮਾਂ ਦੀ ਘਟਨਾ ਤਾਂ ਸ਼ਰਧਾ ਪੈਦਾ। ਸ਼ੰਕਾ ਮਿੰਟ ਪਰ ਮਿੰਟ ਸ਼ੰਕਾ ਪੈਦਾ ਹੋ ਗਈ। ਗੁਰਸਿੱਖ ਪਿਆਰਿਓ ਗੁੱਸੇ ਹੋ ਗਏ। ਗੁਰੂ ਮਹਾਰਾਜ ਆਪ ਬੁਲਾਉਣ ਗਏ ਤੁਹਾਨੂੰ। ਚਲੋ ਆਉਣ ਤੋਂ ਜਵਾਬ ਦੇ ਦਿੰਦੇ, ਕੋਈ ਵੱਡੀ ਗੱਲ ਨਹੀਂ ਸੀ, ਗੁੱਸੇ ਗਿਲੇ ਹੁੰਦੇ ਰਹਿੰਦੇ। ਪਰ ਇੱਕ ਵਚਨ ਕਹਿ ਦਿੱਤਾ ਗੁਰੂ ਨਾਨਕ ਤੋਂ ਉਲਟ। ਇਹ ਗੁਰੂ ਨਾਨਕ ਦੇ ਦਰ ਤੇ ਸੰਗਤ ਤੁਹਾਡੇ ਕਰਕੇ ਨਹੀਂ ਆਉਂਦੀ, ਸਾਡਾ ਕੀਰਤਨ ਸੁਣਨ ਆਉਂਦੀ। ਅਸੀਂ ਜਿੱਥੇ ਮਰਜ਼ੀ ਕਰ ਲਾਂਗੇ। ਜਦ ਵੱਡੇ ਗੁਰੂਆਂ ਤੋਂ ਉਲਟ ਸ਼ਬਦ ਸੁਣਿਆ, ਗੁਰ ਕੀ ਨਿੰਦਾ ਸੁਣੈ ਨਾ ਕਾਨ। ਸਿੱਖ ਗੁਰੂ ਦੀ ਨਿੰਦਾ ਸੁਣੇ। ਚਲ ਸਿੱਖ ਦੀ ਤਾਂ ਗੱਲ ਛੱਡੋ, ਪੰਜਾਬੀ ਬੈਠੇ ਹੋ, ਉਹ ਪੁੱਤ ਵੀ ਪੁੱਤ ਨਹੀਂ ਹੁੰਦਾ ਬਾਪੂ ਦੀ ਨਿੰਦਿਆ ਸੁਣ ਲਵੇ। ਅੱਜ ਕੇ ਆਖੋ ਸਤਨਾਮ। ਜਦੇ ਕੋਈ ਫੈਸਲਾ ਕਰ ਦਵੇ ਪਿਓ ਦੇ ਖਾਤਰ, ਉਹੀ ਪੁੱਤ ਹੁੰਦਾ। ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਉਦਣ ਦਾਤ ਬਖਸ਼ੀ ਇੱਕ ਤੁਹਾਨੂੰ, ਇਹ ਕਾਰਨ ਬਣਨਾ ਸੀ। ਬੜੀ ਚੰਗੀ ਘੜੀ ਸੀ ਉਹ ਕਿ ਜਿੱਦਣ ਜਵਾਬ ਦਿੱਤਾ ਅਸੀਂ ਕੀਰਤਨ ਨਹੀਂ ਕਰਨਾ, ਉਹਨਾਂ ਦਾ ਜਵਾਬ ਹੀ ਤੁਹਾਡੇ ਖਾਤਰ ਵਰ ਹੋ ਗਿਆ। ਗੁਰੂ ਅਰਜਨ ਕਹਿੰਦੇ ਸਿੱਖੋ ਅੱਜ ਤੋਂ ਕੀਰਤਨ ਤੁਸੀਂ ਆਪ ਕਰਿਆ ਕਰੋਗੇ। ਅੱਜ ਕੇ ਆਖੋ ਸਤਿਨਾਮ। ਉਦਣ ਦਾਤ ਤੁਹਾਨੂੰ ਗੁਰੂ ਅਰਜਨ ਨੇ ਦਿੱਤੀ ਹੈ, ਨਹੀਂ ਇਹ ਮੀਰਾਂ ਦੇ ਹੱਥ ਵਿੱਚ ਸੀ। ਇਹੀ ਵੀਰ ਕੀਰਤਨ ਕਰਦੇ ਹੁੰਦੇ ਸੀ। ਅੱਜ ਤੋਂ ਤੁਸੀਂ ਆਪ ਕੀਰਤਨ ਕਰੋ। ਮਹਾਰਾਜ ਨੇ ਆਪ ਸਰੰਦਾ ਲੈ ਕੇ ਬਾਬਾ ਬੁੱਢਾ ਜੀ ਬੇਰ ਹੇਠ ਬੈਠ ਕੇ ਕੀਰਤਨ ਕਰਦੇ ਹੁੰਦੇ ਸੀ ਸੰਗਤਾਂ ਤੋਂ। ਤਾਂ ਗੁਰਮੁਖ ਪਿਆਰਿਓ, ਤੇ ਨਾਲ ਇੱਕ ਹੋਰ ਵੀ ਸਿੱਖ ਸੰਗਤ ਨੂੰ ਵਰ ਦੇ ਦਿੱਤਾ, ਉਹਨਾਂ ਨੂੰ ਵੀ ਇੱਕ ਵਚਨ ਦੇ ਦਿੱਤਾ ਕਿ ਕੋਈ ਸਿੱਖ ਇਹਨਾਂ ਦਾ ਕੀਰਤਨ ਨਹੀਂ ਸੁਣੂਗਾ। ਇਹ ਵੀ ਵਚਨ ਬਟ ਟੁੱਟ ਗਿਆ ਮਾਣ। ਥੋੜੇ ਚਿਰ ਤੇ ਭੁੱਖੇ ਮਰਨ ਲੱਗ ਗਏ। ਅਗਲੀ ਗੱਲ, ਤੁਹਾਡਾ ਇਤਿਹਾਸ ਮੰਨ ਰਿਹਾ ਕਿ ਲਾਹੌਰ ਗਏ ਭਾਈ ਲੱਧਾ ਜੀ ਦੇ ਕੋਲ ਪਰਉਪਕਾਰੀ। ਪਰਉਪਕਾਰ ਹੁੰਦਾ ਕੀ ਆ? ਹੁਣ ਤਾਂ ਤੁਸੀਂ ਮੇਰੇ ਵਰਗਿਆਂ ਨੂੰ ਵੀ ਕਹੀ ਜਾਂਦੇ ਆ ਪਰਉਪਕਾਰੀ ਆ ਬਾਬੇ। ਜੇ ਸਮਝ ਲਓ ਫਿਰ ਹਰੇਕ ਨੂੰ ਨਹੀਂ ਕਹੋਗੇ। ਪਰਉਪਕਾਰ ਸ਼ਬਦ ਗ੍ਰਾਮਰ ਵਿੱਚ ਕਾਰ ਤੋਂ ਬਣਿਆ। ਕਾਰ, ਇਹਦੀ ਉਪਜ ਕਾਰ ਹੈ। ਕੱਕੇ ਨੂੰ ਕੰਨਾ ਰਾਰਾ ਕਾਰ। ਕਾਰ ਕਹਿੰਦੇ ਆ ਕੋਈ ਕਾਰ ਕਰ ਲੈ, ਕੰਮ ਕਰ ਲੈ। ਕਿਰਤ, ਕਾਰ ਕਹੀਏ ਕਿਰਤ। ਜਿਹੜੀ ਕੱਲੀ ਕਿਰਤ ਹੈ ਨਾ ਪ੍ਰੇਮੀਓ, ਉਹ ਸੰਸਾਰ ਨਾਲ ਸੰਬੰਧ ਰੱਖਦੀ ਹੈ। ਕੱਲੀ ਕਿਰਤ ਉਪਜੀਵਕਾ ਹੈ, ਗੁਜਰਾਨ ਹੈ ਮਾਇਆ। ਉਹ ਕਿਰਤ ਜਿਹੜੀ ਤੇਰੇ ਸਰੀਰ ਦਾ ਨਿਰਵਾਹ ਕਰੇ, ਉਹ ਕਾਰ ਹੁੰਦੀ ਹੈ। ਕਾਰ ਦੇ ਨਾਲ ਇੱਕ ਸ਼ਬਦ ਲੱਗ ਗਿਆ ਉਪ। ਉਪਕਾਰ ਦੇਖੋ, ਪਿੱਛੇ ਕਾਰੇ ਚਲਿਆ ਹੁੰਦਾ ਹੈ। ਉਪ ਕਹੀਏ ਉੱਚਾ, ਉਤਾਹਾਂ। ਕਿਰਤ ਤੋਂ ਉੱਚੀ ਇੱਕ ਕਿਰਤ ਹੈਗੀ। ਉਹ ਕਿਹੜੀ ਕਿਰਤ ਹੁੰਦੀ ਹੈ? ਸਰੀਰ ਦਾ ਭਲਾ, ਸਰੀਰ ਦਾ ਗੁਜਰਾਨ। ਉੱਚੀ ਕਿਰਤ ਹੁੰਦੀ ਹੈ ਸੇਵਾ ਸਿਮਰਨ, ਤੇਰੀ ਰੂਹ ਦੀ ਖੁਰਾਕ। ਅੱਜ ਕੇ ਆਖੋ ਸਤਿਨਾਮ। ਜਿਹੜੀ ਕੱਲੀ ਕਿਰਤ ਹੈ ਉਹ ਤੇਰੇ ਸਰੀਰ ਦੇ ਕੰਮ ਆਊਗੀ। ਜਿਹੜੀ ਉੱਚੀ ਕਿਰਤ ਹੈ ਇਸ ਨਾਲੋਂ ਸੇਵਾ ਸਿਮਰਨ ਦਾਨ ਪੁੰਨ, ਉਹ ਤੇਰੇ ਜੀਵ ਦਾ ਭਲਾ ਹੋਵੇਗਾ। ਇਹ ਤੋਂ ਵੀ ਗਾਂ ਚੱਲੋ। ਕਾਰ ਤੋਂ ਬਣਿਆ ਉਪਕਾਰ, ਉਪਕਾਰ ਤੋਂ ਬਣ ਗਿਆ ਪਾਰ ਉਪਕਾਰ। ਦੋ ਸ਼ਬਦ ਜੁੜ ਗਏ ਨਾਲ। ਪਿੱਛੋਂ ਕਾਰੇ, ਕਾਰ ਤੋਂ ਉਪ, ਉਪ ਤੋਂ ਪਰ। ਉਹ ਕੀ ਹੁੰਦਾ ਗੁਰਮੁਖ ਪਿਆਰਿਓ? ਉਹ ਕੰਮ ਜਿਹੜੇ ਵਿੱਚ ਨਾ ਤੇਰੇ ਸਰੀਰ ਦਾ ਭਲਾ ਹੋਵੇ, ਨਾ ਤੇਰੇ ਜੀਵ ਆਤਮਾ ਦਾ ਭਲਾ ਹੋਵੇ। ਉਹ ਕੰਮ ਨਾ ਇਸ ਸੰਸਾਰ ਵਿੱਚ ਤੇਰਾ ਭਲਾ ਦਿਖੇ, ਨਾ ਅਗਲੇ ਜਹਾਨ ਵਿੱਚ
ਉਹ ਭਲਾ ਹੀ ਕਿਸੇ ਹੋਰ ਦਾ ਹੋਵੇ। ਅਜ ਕੇ ਆਖੋ ਸਤਿ। ਉਹ ਕੰਮ ਹੀ ਕਿਸੇ ਹੋਰ ਖਾਤਰ ਹੋਵੇ, ਉਹ ਹੁੰਦਾ। ਉਹ ਕੌਣ ਕਰਦੇ ਨੇ? ਪਰ ਉਪਕਾਰ ਨਿਤ ਚਿਤਵ ਤੇ ਨਾਹੀ ਕਛ ਪੋਚ। ਰੱਬ ਦੇ ਪਿਆਰੇ, ਉਹ ਕੇਵਲ ਉਹੀ ਕਰ ਸਕਦੇ ਨੇ, ਆਪਣੀ ਇੱਛਾ ਨਹੀਂ ਕੋਈ ਵੀ ਹੈ। ਬੁਰਾ ਕਹੋ ਭਾਵੇਂ ਭਲਾ ਕਹੋ। ਤੇ ਜਿਹੜੇ ਚੰਗੇ ਕੰਮ ਕਰਨ ਵਾਲੇ ਹੁੰਦੇ ਐ, ਸੰਸਾਰ ਨੇ ਕਦੇ ਚੰਗਾ ਤਾਂ ਉਹਨਾਂ ਨੂੰ ਕਿਹਾ ਨਹੀਂ, ਬੁਰਾ ਹੀ ਕਿਹਾ ਹੈ। ਅਜ ਕੇ ਆਖੋ ਸਤਿ। ਸੱਚ ਬੋਲਣ ਵਾਲਿਆਂ ਦੀ ਵਿਰੋਧਤਾ ਹੀ ਹੋਈ ਹੈ। ਹੋਈ ਜਾਵੇ, ਕਹੀ ਜਾਣ ਲੋਕ ਬੁਰਾ, ਪਰ ਨਤੀਜਾ ਦੇਖੇ ਕਰੋ। ਇੱਟਾਂ ਮਾਰ ਲੈਣ, ਸੂਲੀ ਤੇ ਚਾੜ ਦੇਣ, ਤਵੀਆਂ ਤੇ ਬਿਠਾਲ ਦੇਣ, ਬੰਦ ਬੰਦ ਕੱਢ ਦੇਣ, ਪਰ ਕੂੜ ਨਿਖੁੱਟੇ ਨਾਨਕਾ ਓੜਕ, ਜਿੱਤ ਅਖੀਰ ਨੂੰ ਸੱਚ ਦੀ ਹੋਣੀ। ਪਰਉਪਕਾਰ ਹੁੰਦਾ ਕਿਸੇ ਹੋਰ ਦਾ ਭਲਾ, ਕਿਸੇ ਦਾ ਭਲਾ। ਤੇਰੀ ਵਿੱਚ ਗੱਲ ਨਹੀਂ ਹੈ, ਗੱਲੇ ਕਿਸੇ ਹੋਰ ਦੀ ਹੋਵੇ। ਇੱਥੋਂ ਇੱਕ ਨੁਕਤਾ ਸਿੱਖੇ ਹੁਣ ਤੁਸੀਂ। ਅੰਬਰਸਰ ਗੁਰੂ ਦੀ ਨਗਰੀ, ਜਿੱਥੇ ਸਭੇ ਥਾਵ ਨਹੀਂ ਤੁਧ ਜਿਹਿਆ। ਐਡੀ ਉਪਮਾ। ਸਾਰੇ ਅੰਬਰਸਰ ਵਿੱਚ ਇਹਨਾਂ ਅਮੀਰਾਂ ਨੂੰ ਕੋਈ ਪਰਉਪਕਾਰ ਨਹੀਂ ਲੱਭਿਆ ਤਾਂ ਲਾਹੌਰ ਗਏ ਨਾ। ਨੁਕਤਾ ਸਮਝੀਦਾ ਹੁੰਦਾ ਵਿੱਚੋਂ। ਕੀ ਅੰਬਰਸਰ ਵਿੱਚ ਸਿੱਖ ਨਹੀਂ ਥੇ? ਨਾਮ ਜਪਣ ਵਾਲੇ ਨਹੀਂ ਸੀ? ਬਹੁਤ ਸੀ, ਪਰ ਉਪਕਾਰੀ ਨਹੀਂ ਲੱਭਿਆ। ਕਿਉਂ ਨਹੀਂ ਲੱਭਿਆ ਸੀ? ਪਰ ਗੁਰੂ ਅਰਜਨ ਦੇਵ ਨੇ ਬਚਨ ਕਰਤਾ ਸੀ, ਜਿਹੜਾ ਇਹਨਾਂ ਦੀ ਸਿਫਾਰਿਸ਼ ਕਰੂਗਾ ਉਹਦਾ ਮੂੰਹ ਕਾਲਾ ਕਰਕੇ ਖੋਤੇ ਤੇ ਬਿਠਾਲ ਕੇ ਛਿੱਤਰਾਂ ਦੀ ਮਾਲਾ ਪਾ ਕੇ ਅੰਮ੍ਰਿਤਸਰ ਦੇ ਬਾਜ਼ਾਰਾਂ 'ਚ ਭੇਜਿਆ ਜਾਊ। ਕਿਹੜਾ ਮੰਨਦਾ ਹੈ? ਕੋਈ ਮੰਨਣ ਨੂੰ ਤਿਆਰ ਆਪਣੇ ਚੋਂ? ਜਦ ਕੋਈ ਅੰਮ੍ਰਿਤਸਰ ਨਾ ਲੱਭਿਆ, ਨੁਕਤਾ ਕੀ ਲਓਗੇ? ਪਰਉਪਕਾਰੀ ਵਿਰਲੇ ਮਿਲਣਗੇ। ਅਜ ਕੇ ਆਖੋ ਸਤਿ। ਜੇ ਬਹੁਤੇ ਹੁੰਦੇ ਅੰਮ੍ਰਿਤਸਰ ਤੋਂ ਹੀ ਲੱਭ ਪੈਂਦਾ, ਕੋਈ ਨਹੀਂ ਲੱਭਿਆ ਸਾਰੇ ਸ਼ਹਿਰ। ਭਾਈ ਲੱਧਾ ਜੀ, ਤੇ ਮੈਂ ਡਰ ਕੇ ਕਹਿਣਾ ਤੁਹਾਨੂੰ, ਜਿਵੇਂ ਬ੍ਰਹਮ ਗਿਆਨੀ ਸ਼ਬਦ ਤੁਹਾਡੇ ਇਤਿਹਾਸ ਵਿੱਚ ਕੇਵਲ ਇੱਕ ਸਿੱਖ ਨੂੰ ਮਿਲਿਆ, ਬਾਬਾ ਬੁੱਢਾ ਜੀ, ਕੇਵਲ ਇੱਕ ਨੂੰ। ਇਸ ਤਰ੍ਹਾਂ ਪਰਉਪਕਾਰੀ ਵੀ ਕੇਵਲ ਭਾਈ ਲੱਧਾ ਜੀ ਨੂੰ ਮਿਲਿਆ। ਅਜ ਕੇ ਆਖੋ ਸਤਿ। ਸਾਰਾ ਇਤਿਹਾਸ ਪੜ੍ਹ ਕੇ ਵੇਖ ਲਓ, ਪਰਉਪਕਾਰੀ ਭਾਈ ਲੱਧਾ ਸੀ। ਹੋਰ ਵੀ ਬਹੁਤ। ਤੇ ਗੁਰਮੁਖ ਪਿਆਰਿਓ, ਗਏ ਜਿੱਥੇ ਆਸ ਹੁੰਦੀ ਹੈ ਉੱਥੇ ਪੁੱਜਦੇ। ਤੇ ਜਿਹੜੇ ਪਹਿਰੇਦਾਰ ਖੜੇ ਤੇ ਉਹਦਾ ਸਥਾਨ ਸੀ, ਕਥਾ ਕੀਰਤਨ ਚੱਲਦਾ ਸੀ, ਉਹ ਕਹਿੰਦੇ ਅੰਦਰ ਨਾ ਵੜਿਓ, ਰੋਕਤਾ। ਕਿਉਂਕਿ ਮਹਾਰਾਜ ਦਾ ਬਚਨ ਸੀ, ਇਹਨਾਂ ਨੂੰ ਨੇੜੇ ਨਹੀਂ ਲਾਉਣਾ। ਰੋਣ ਪਿੱਟਣ। ਭਾਈ ਲੱਧਾ ਜੀ ਕਹਿੰਦੇ ਕੌਣ ਹੈ? ਰੋਂਦੇ ਕਿਉਂ ਹੈ? ਕਹਿੰਦੇ ਜੀ ਗੁਰੂ ਤੋਂ ਬੇਮੁਖ ਡੂਮ ਆਏ ਨੇ। ਭਾਈ ਲੱਧਾ ਜੀ ਕਹਿੰਦੇ ਜਿਹੜੇ ਆਏ ਗਏ ਅੰਦਰ ਆਉਣ ਦੋ। ਅਜ ਕੇ ਆਖੋ ਸਤਿਨਾਮ। ਜਿਹੜੇ ਆਏ ਗਏ ਤੇ ਹੁਣ ਕੀ ਹੈ? ਆਉਣ। ਅੰਦਰ ਆ ਗਏ, ਚਰਨ ਫੜੇ, ਬੇਨਤੀ ਕੀਤੀ, ਲੱਧਿਆ ਤੂੰ ਪਰਉਪਕਾਰੀ ਹੈ, ਸਾਨੂੰ ਟੁੱਟਿਆਂ ਨੂੰ ਜੋੜ ਦੇ, ਮਿਲਾ ਦੇ ਵਿਛੜੇ ਫਿਰ ਸ਼ਰਾਬ। ਕਹਿੰਦਾ ਬੈਠੋ। ਫਿਰ ਆਪਣੇ ਸੇਵਕਾਂ ਨੂੰ ਕਹਿੰਦਾ ਇਹਨਾਂ ਨੂੰ ਲੰਗਰ ਛਕਾਓ। ਬੁਰਾ ਹਾਲ, ਕੱਪੜੇ ਚੰਗੇ ਪਵਾਏ, ਇਸ਼ਨਾਨ ਕਰਾਇਆ, ਉਹਨਾਂ ਨੂੰ ਉਧਰ ਤਿਆਰੀ ਚ ਲਾਤਾ। ਆਪ ਆਪਣੇ ਇੱਕ ਸਿੱਖ ਨੂੰ ਭੇਜਤਾ, ਜਾਂ ਪਰਜਾਪਤਾ ਦੇ ਮਹੱਲੇ ਚ ਜਾ, 3 ਰੁਪਈਏ ਰੋਜ਼ ਦੇ, ਬਹੁਤ ਹੁਣ ਤਾਂ 3000 ਦੇ ਬਰਾਬਰ ਹੋਣੇ। ਇੱਕ ਚੰਗਾ ਜਿਹਾ ਖੋਤਾ ਲਿਆ ਉਹਨਾਂ ਤੋਂ, ਨਾਲ ਲਿਆਈ ਮਾਲਕ ਨੂੰ। ਆਪ ਮੰਗਾਇਆ, ਅੰਮ੍ਰਿਤਸਰ ਜਾਣਾ ਸਮਾਨ ਲੈਣ। ਉਹ ਪਰਜਾਪਤ ਖੋਤਾ ਲੈ ਕੇ ਆ ਗਏ। ਇੰਨੇ ਨੂੰ ਕੀ ਹੋਇਆ? ਭਾਈ ਲੱਧਾ ਜੀ ਲੰਗਰ ਵਿੱਚ ਗਏ, ਰੋਟੀਆਂ ਪਕਾਉਣ ਵਾਲੀ ਤਵੀ ਮਾਰੀ ਮੂਧੀ, ਉਹਦੇ ਉੱਤੇ ਪਾਇਆ ਘੀ ਜਾਂ ਤੇਲ, ਕਰਕੇ ਐਨ ਕਾਲਸ ਆਪਣਾ ਮੂੰਹ ਕਾਲਾ ਕਰ ਲਿਆ। ਖੋਤੇ ਤੇ ਬਹਿ ਗਏ, ਪਿੱਛੇ ਪਿੱਛੇ ਡੂਮ। ਇਹੋ ਜਿਹਾ ਕੰਮ ਤਾਂ ਫਿਰ ਤੁਹਾਡੇ ਵਰਗੇ ਇਕੱਠੇ ਹੋਏ ਜਾਂਦੇ ਆ। ਅਜ ਕੇ ਆਖੋ ਸਤਿਨਾਮ। ਕੋਈ ਕਥਾ ਕੀਰਤਨ ਕਰਦਾ ਹੋਵੇ, ਖੰਡ ਪਾਠ ਹੁੰਦਾ ਹੋਵੇ, ਉੱਥੇ ਮੱਥਾ ਟੇਕਣ ਨਹੀਂ ਜਾਂਦੇ। ਕਿਤੇ ਬਾਂਦਰੀ ਨੱਚਦੀ ਹੋਵੇ, ਉੱਥੇ ਸਿਆਣੇ ਖੜੇ ਵੀ ਦੇਖੇ ਮੈਂ। ਅਜ ਕੇ ਆਖੋ ਸਤਿਨਾਮ। ਕਿਤੇ ਡੁਗ ਡੁਗੀ ਵੱਜਦੀ ਹੋਵੇ, ਉੱਥੇ ਤਾਂ ਭੀੜ ਰਾਹ ਚ ਲੱਗ ਜਾਂਦੀ। ਉਹ ਖੋਤੇ ਤੇ ਚੜਿਆ ਹੋਇਆ
ਕਾਲਾ ਮੂੰਹ ਕੀਤਾ ਹੋਇਆ ਉਦਾਂ ਹੀ ਆ ਗਏ। ਕਿੰਨੇ ਕੋ ਹੈ ਦੇਖ ਲਓ ਪੁਰਾਣੇ ਲਾਹੌਰ, ਉਦਾਂ ਹੀ ਆ ਗਏ ਹਰਿਮੰਦਰ ਸਾਹਿਬ ਦੇ ਨੇੜੇ। ਭੀੜ, ਨਿਆਣੇ ਨਿੱਕੇ ਸਿਆਣੇ ਦੇਖਣੇ ਹੋ ਕੀ ਰਿਹਾ। ਚਿਤਰਾਂ ਦੀ ਮਾਲਾ ਪਾਈ ਵੀ ਅੰਦਰ ਹੋਵੇ ਕੀਰਤਨ ਤੇ ਬਾਹਰ ਰੌਲਾ ਪੈਣ ਲੱਗੇ। ਇੰਨਾ ਇਕੱਠ। ਗੁਰੂ ਅਰਜਨ ਕਹਿੰਦੇ ਰੌਲਾ ਕਦੇ ਪੈਂਦਾ ਕੀਰਤਨ ਦੇ ਸਮੇਂ? ਕਹਿੰਦੇ ਮਹਾਰਾਜ ਜੀ ਉਹ ਤੁਹਾਡਾ ਪਰਉਪਕਾਰੀ ਭਾਈ ਲੱਧਾ ਖੋਤੇ ਤੇ ਚੜਿਆ ਹੋਇਆ, ਕਾਲਾ ਮੂੰਹ ਕੀਤਾ, ਚਿਤਰਾਂ ਦੀ ਮਾਲਾ ਪਾਈ ਹੈ, ਉਹਦਾ ਜਲੂਸ ਨਿਕਲਿਆ ਫਿਰਦਾ ਤੇ ਅੱਧੇ ਲੋਕ ਬਾਜ਼ਾਰ ਦੇ ਪਿੱਛੇ ਪਿੱਛੇ ਆਏ ਨੇ। ਰੌਲਾ ਕਹਿੰਦੇ ਲੱਧਾ ਕੱਲਾ ਨਹੀਂ ਆਇਆ। ਫਿਰ ਸਾਰੀ ਗੱਲ ਦੱਸੋ। ਕਹਿੰਦਾ ਮਹਾਰਾਜ ਡੂਮਾ ਨੂੰ ਵੀ ਨਾਲ ਲੈ ਕੇ ਆਇਆ। ਕਹਿੰਦੇ ਹੁਣ ਕਿਵੇਂ ਮੋੜੀਏ? ਜਿਹੜੀ ਅਸਾਂ ਸਜ਼ਾ ਦੇਣੀ ਤੇ ਉਹ ਤੁਹਾਨੂੰ ਆਪੇ ਲੈ ਲਈ। ਅੱਜ ਕੇ ਆਖੋ ਸਤਨਾਮ। ਜਿਹੜੀ ਅਸੀਂ ਸਜ਼ਾ ਦੇਣੀ ਤੇ ਉਹ ਤੁਹਾਨੂੰ ਲੈ ਲਈ ਉਹਨੇ, ਤੇ ਆਉਣ ਦੋ। ਹੁਣ ਜੇ ਸਜ਼ਾ ਹੀ ਭੁਗਤ ਲਈ ਫਿਰ ਜੇਲ੍ਹ ਦੇ ਦਰਵਾਜ਼ੇ ਖੁੱਲ ਜਾਂਦੇ ਨੇ। ਇਹਨੀ ਸਜ਼ਾ ਭੁਗਤ ਲਈ ਜਾਣ ਦੋ। ਜਿਹੜੀ ਅਸੀਂ ਸਜ਼ਾ ਦਿੱਤੀ ਸੀ ਉਹ ਤਾਂ ਉਹਨੇ ਲੈ ਲਈ, ਆ ਜਾਣ ਦੋ। ਚਰਨ ਫੜ ਲੈ। ਲੱਦਿਆ ਦੱਸ। ਕਹਿੰਦਾ ਮਹਾਰਾਜ ਇਹ ਨਿਮਾਣਿਆਂ ਦਾ ਮਾਣ ਹੈ। ਇਹ ਉਹ ਹੈ ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਇਹ ਬਿਰਧ ਸੁਆਮੀ ਸੰਤ। ਗੁਰੂ ਅਰਜਨ ਕਹਿੰਦੇ ਮੇਰੀ ਗੱਲ ਨਹੀਂ ਲੱਦਿਆ, ਇਹਨੇ ਬੜੇ ਗੁਰੂਆਂ ਦੀ ਨਿੰਦਿਆ ਕੀਤੀ। ਗੁਰੂ ਨਾਨਕ ਤੋਂ ਉਲਟ। ਕਹਿੰਦਾ ਮਹਾਰਾਜ ਜੀ ਜਿਹੜਾ ਡਾਕਟਰ ਬਿਮਾਰੀ ਦੱਸਦਾ ਉਹ ਦਵਾਈ ਵੀ ਦੱਸ ਸਕਦਾ। ਜੇ ਤੁਹਾਨੂੰ ਇਹਨਾਂ ਦੀ ਬਿਮਾਰੀ ਦੀ ਪਤਾ ਦਵਾਈ ਵੀ ਦੱਸ ਦੋ। ਦਵਾਈ ਦੱਸ ਦਿੱਤੀ। ਜਿਸ ਮੂੰਹ ਨਾਲ ਨਿੰਦਿਆ ਕੀਤੀ ਹੈ ਉਸੇ ਮੂੰਹ ਨਾਲ ਵੱਡੇ ਸਤਿਗੁਰਾਂ ਦੀ ਸਿਫਤ ਕਰਨ, ਉਸਤਤ ਕਰਨ, ਫੇਰ ਇਹ ਬਖਸ਼ੇ ਜਾਂਦੇ ਨੇ। ਆਓ ਹੁਣ ਜਿਹੜੀ ਸਿਫਤ ਕੀਤੀ ਉਹਨਾਂ ਨੇ, ਉਹ ਰਾਮ ਕਲੀ ਦੀ ਵਾਰ ਰਾਏ ਬਲਵੰਡ ਤਥਾ ਸੱਤੈ ਡੂਮ ਆਖੀ। ਇਥੋਂ ਆਰੰਭ ਹੋ ਰਹੀ ਹੈ। ਆਓ ਪਿਆਰ ਦੇ ਨਾਲ ਗੁਰੂ ਮਹਾਰਾਜ ਮੇਰੇ ਤੇ ਮਿਹਰ ਕਰਨ, ਤੁਹਾਡੇ ਚਰਨਾਂ ਦੀ ਬਖਸ਼ਿਸ਼ ਹੋਵੇ। ਇਹ ਅਗਾਧ ਬੋਧ ਬਾਣੀ ਇਹ ਕੱਲੀ ਵਾਰ ਨਹੀਂ ਹੈ, ਇਹਦੇ ਵਿੱਚ 5 ਗੁਰੂਆਂ ਦਾ ਇਤਿਹਾਸ ਹੈ। ਇਹਦੇ ਵਿੱਚ ਕਰਤਾਰਪੁਰ ਵੀ ਆ ਜਾਣਾ, ਖਡੂਰ ਸਾਹਿਬ ਵੀ ਆ ਜਾਣਾ, ਗੋਇੰਦਵਾਲ ਸਾਹਿਬ ਵੀ ਆ ਜਾਣਾ, ਤਰਨ ਤਾਰਨ ਵੀ ਆ ਜਾਣਾ, ਇਹਦੇ ਵਿੱਚ ਅੰਮ੍ਰਿਤਸਰ ਵੀ ਆ ਜਾਣਾ, ਇਹਦੇ ਵਿੱਚ ਗੁਰੂ ਨਾਨਕ ਵੀ ਆਉਣਗੇ, ਗੁਰੂ ਅੰਗਦ, ਗੁਰੂ ਅਮਰਦਾਸ, ਗੁਰੂ ਰਾਮਦਾਸ, ਗੁਰੂ ਅਰਜਨ ਵੀ ਆਉਣਗੇ। ਇਹਦੇ ਵਿੱਚ ਐਡਾ ਇਤਿਹਾਸ, ਇਹਦੇ ਵਿੱਚ ਖਜ਼ਾਨਾ ਭਰਿਆ ਸਾਡੇ ਖਾਤਰ। ਇੱਕ ਵਾਰ ਸ਼ਰਧਾ ਭਾਵਨਾ ਦੇ ਨਾਲ, ਪਿਆਰ ਦੇ ਨਾਲ ਸਾਰੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਵਾਹਿਗੁਰੂ ਸਾਹਿਬ ਜੀਓ। ਰਾਮ ਕਲੀ ਕੀ ਵਾਰ ਰਾਏ ਬਲਵੰਡ ਤਥਾ ਸਤੈ ਡੂਮ ਆਖੀ। ਰਾਮ ਕਲੀ ਹੈ ਜਿਹੜਾ, ਇਹ ਰਾਗੀ ਜਾਣਦੇ ਨੇ, ਰਾਗ ਨਹੀਂ ਹੈ। ਰਾਮ ਕਲੀ ਰਾਗਣੀ ਹੈ। ਰਾਗ ਤਾਂ ਹੈ ਹੀ 6, ਤੁਹਾਨੂੰ ਪਤਾ ਖਸ਼ਟ ਰਾਗ ਉਹਨ ਗਾਏ, ਬਾਕੀ ਦਾ ਪਰਿਵਾਰ ਹੈ ਰਾਗਣੀਆਂ ਨੇ। ਤੇ ਗੁਰੂ ਗ੍ਰੰਥ ਸਾਹਿਬ ਵਿੱਚ ਰਾਗ ਨੂੰ ਵੀ ਰਾਗਣੀ ਨੂੰ ਵੀ ਰਾਗ ਲਿਖਿਆ, ਰਾਗਣੀ ਨਹੀਂ ਲਿਖਿਆ। ਰਾਗਣੀ ਦਾ ਨਾਂ ਵੀ ਰਾਗ ਲਿਖਿਆ। ਕਿਉਂ ਲਿਖਿਆ? ਪੁੱਛੇ ਵੀ ਰਾਗਣੀ ਨੂੰ ਰਾਗਣੀ ਕਿਉਂ ਨਹੀਂ ਲਿਖਿਆ? ਰਾਗਣੀ ਵਿੱਚ ਇੱਕ ਦੋਸ਼ ਸੀ। ਦੋਸ਼ ਕੀ? ਸ਼ਰਾ, ਸਤਰੀ ਤੇ ਸੁਰ। ਨੋਟ ਕਰਿਓ, ਤਿੰਨਾਂ ਨੂੰ ਸੱਸਾ ਲੱਗਦਾ ਹੈ। ਸੁਰ, ਸ਼ਰਾ, ਸਤਰੀ, ਸੁਰ ਕਹੀਏ ਰਾਗਣੀ। ਜਿੱਥੇ ਰਾਜਿਆਂ ਦੇ ਮਹਿਲਾਂ ਵਿੱਚ ਨਾਚ ਹੁੰਦੇ ਸੀ, ਬਿਸਵਾ ਨੱਚਦੀਆਂ ਸੀ, ਉੱਥੇ ਰਾਗਣੀ ਗਾਈ ਜਾਂਦੀ ਸੀ। ਅੱਜ ਕੇ ਆਖੋ ਸਤਿ। ਕਾਮੁਕ ਰਾਗ ਰਾਗਣੀਆਂ ਨੇ, ਅੰਦਰ ਵਿਸ਼ੇ ਵਿਕਾਰ ਪੈਦਾ ਕਰਨ ਵਾਲੀਆਂ। ਇਹ 3 ਚੀਜ਼ਾਂ ਨੂੰ ਸੱਸੇ ਲੱਗਦੇ ਨੇ। ਸੁਰ ਰਾਗਣੀ, ਸ਼ਰਾ ਸ਼ਰਾਬ, ਸਤਰੀ ਇਸਤਰੀ। ਉਹੀ ਗਾਉਂਦੀ ਸੀ ਉੱਥੇ ਬੇਸਵਾ। ਮਹਾਰਾਜ ਨੇ ਇਸ ਗੱਲ ਤੋਂ ਤੁਹਾਨੂੰ ਬਚਾ ਲਿਆ, ਰਾਗਣੀ ਨੂੰ ਵੀ ਰਾਗ ਬਣਾ ਕੇ ਦੇ ਦਿੱਤਾ। ਅੱਜ ਕੇ ਆਖੋ ਸਤਿ। ਰਾਗ ਦਾ ਅਰਥ ਹੈ ਪ੍ਰੇਮ, ਸ਼ਰਧਾ, ਪ੍ਰੇਮ। ਇਹ ਰਾਮ ਕਲੀ ਰਾਗਣੀ ਹੈ, ਪਰ ਮਹਾਰਾਜ ਨੇ ਰਾਗ ਲਿਖਿਆ। ਰਾਏ ਬਲਵੰਡ ਤਥਾ ਕਹੀਏ ਅਤੇ ਦੋਵੇਂ ਰਾਗੀਆਂ ਨੇ ਇਹ ਆਖੀ।
ਗੁਰੂ ਅਰਜਨ ਦੇ ਸਾਹਮਣੇ ਸੁਣਾਈ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਇਹ ਗੁਰੂ ਅਰਜਨ ਪਾਤਸ਼ਾਹ ਨੇ ਇੱਥੇ ਇੱਕ ਕੁੰਡੀ ਦੀ ਗੱਲ ਬੋਲਣ ਲੱਗੇ, ਤੁਹਾਨੂੰ ਸਿਆਣੇ ਸੁਣਨ ਆਏ ਆ ਦੂਰੋਂ, ਵਰਲਡ ਲੈਵਲ ਤੇ ਆਵਾਜ਼ ਜਾਂਦੀ ਹੈ। ਅਸੀਂ ਕਹਿ ਦਿੰਦੇ ਹਾਂ ਪੰਜਵੇਂ ਪਾਤਸ਼ਾਹ ਨੇ ਭਗਤਾਂ ਦੀ ਬਾਣੀ ਕੁਛ ਲਿਖਾਈ, ਠੀਕ ਹੈ ਲਿਖਾਈ। ਕਦੇ ਤੁਸੀਂ ਸੁਪਨੇ ਵਿੱਚ ਨਹੀਂ ਸੋਚਿਆ ਹੋਣਾ ਕਿ ਭਗਤਾਂ ਦੀ ਬਾਣੀ ਨਾਲ ਕੁਝ ਆਪਣੇ ਕੋਲੋਂ ਵੀ ਲਿਖਾਇਆ। ਸੰਗਤ ਬੈਠੀ ਹੈ ਸਿਆਣੀ, ਕਦੇ ਸੋਚੀ ਗੱਲ? ਜਿੱਥੇ ਭਗਤਾਂ ਦੀ ਬਾਣੀ ਆਰੰਭ ਹੋਈ ਹੈ, ਜਿਹੜਾ ਉੱਥੇ ਮੂਲ ਮੰਤਰ ਲਿਖਿਆ ਹੈ ਨਾ, ਉਹ ਗੁਰੂ ਅਰਜਨ ਨੇ ਆਪਣੇ ਕੋਲੋਂ ਲਿਖਿਆ ਹੈ। ਭਗਤਾਂ ਦੇ ਸਾਰੇ ਗ੍ਰੰਥ ਪੜ੍ਹ ਕੇ ਦੇਖ ਲਓ, ਇੱਕ ਓਂਕਾਰ ਸਤਿਗੁਰ ਪ੍ਰਸਾਦ ਉਹਨਾਂ ਵਿੱਚ ਹੈ ਨਹੀਂ। ਮੈਂ ਕਬੀਰ ਬੀਚਕ ਪੜ੍ਹਿਆ ਸਾਰਾ, ਗੁਰੂ ਗ੍ਰੰਥ ਸਾਹਿਬ ਤੋਂ ਵੀ ਵੱਡਾ ਗ੍ਰੰਥ ਹੈ। ਕਬੀਰ ਨੇ ਕਿਤੇ ਇੱਕ ਓਂਕਾਰ ਸਤਿਗੁਰ ਪ੍ਰਸਾਦ ਨਹੀਂ ਲਿਖਿਆ, ਰਵਿਦਾਸ ਜੀ ਨੇ ਲਿਖਿਆ ਨਹੀਂ ਭਗਤ ਬਾਣੀ ਵਿੱਚ। ਇਹ ਜਿਹੜਾ ਮੂਲ ਮੰਤਰ ਲਾਇਆ ਹੈ ਨਾ ਅਲੰਕਾਰ, ਇਹ ਵੀ ਭਗਤਾਂ ਦੀ ਬਾਣੀ ਨਾਲ ਗੁਰੂ ਅਰਜਨ ਦੇਵ ਜੀ ਨੇ ਸ਼ਾਮਲ ਕੀਤਾ ਹੈ। ਅੱਜ ਕੇ ਆਖੋ ਸਤ, ਇਹ ਹੁੰਦਾ ਅਲੰਕਾਰ। ਅਲੰਕਾਰ ਹੁੰਦੇ ਆ ਤਿੰਨ ਰੂਪਾਂ ਵਿੱਚ। ਜਦੋਂ ਕੋਈ ਕੰਮ ਸ਼ੁਰੂ ਕਰਨਾ, ਆਪਣੇ ਇਸ਼ਟ ਨੂੰ ਯਾਦ ਕਰਨਾ, ਉਹਦੇ ਗੁਣ ਦੱਸਣ, ਵਡਿਆਈ। ਨੰਬਰ 2 ਦੂਜਾ ਅਲੰਕਾਰ ਹੁੰਦਾ ਆਪਣੇ ਇਸ਼ਟ ਨੂੰ ਨਮਸਕਾਰ ਕਰਨੀ। ਨੰਬਰ 3 ਆਪਣੇ ਇਸ਼ਟ ਤੋਂ, ਗੁਰੂ ਤੋਂ ਆਪਣੇ ਕੰਮ ਦੀ ਸਫਲਤਾ ਵਾਸਤੇ ਅਸ਼ੀਰਵਾਦ ਮੰਗਣੀ। ਇਹ ਤਿੰਨ ਅਲੰਕਾਰ ਕਿਹੜੇ ਹੁੰਦੇ ਆ? ਗੁਣਾਤਮਕ ਅਲੰਕਾਰ, ਆਪਣੇ ਗੁਰੂ ਦੇ ਗੁਣ ਦੱਸਣੇ। ਨੰਬਰ 2 ਨਮਸਕਾਰਾਤਮਕ ਅਲੰਕਾਰ, ਆਪਣੇ ਗੁਰੂ ਨੂੰ ਮੱਥਾ ਟੇਕਣਾ। ਨੰਬਰ 3 ਅਸ਼ੀਰਵਾਦਾਤਮਕ ਅਲੰਕਾਰ, ਆਪਣੇ ਗੁਰੂ ਤੋਂ ਆਪਣੇ ਕੰਮ ਦੇ ਰਾਸ ਹੋਣ ਖਾਤਰ ਅਸ਼ੀਰਵਾਦ ਮੰਗਣੀ। ਇਹ ਤਿੰਨ ਤਰ੍ਹਾਂ ਦੇ ਅਲੰਕਾਰ ਹੁੰਦੇ। ਇੱਕ ਸ਼ਲੋਕ ਪੜ੍ਹ ਲਓ, ਤੁਹਾਨੂੰ ਤਿੰਨਾਂ ਦਾ ਪਤਾ ਲੱਗ ਜੂ। ਗੁਰੂ ਅਰਜਨ ਦੇਵ ਨੇ ਇੱਕ ਸ਼ਲੋਕ ਵਿੱਚ ਤਿੰਨ ਅਲੰਕਾਰ, ਕੋਈ ਐਸਾ ਕਵੀ ਨਹੀਂ ਤੁਹਾਨੂੰ ਲੱਭੂਗਾ। ਇੱਕ ਸ਼ਲੋਕ ਸੁਣਦੇ ਤਾਂ ਨਿੱਤੇ ਹੋ ਤੁਸੀਂ। ਡੰਡੌਤ ਬੰਧਨ ਅਨਕਵਾ, ਨਮਸਕਾਰ ਆਤਮਕ ਹੋ ਗਏ ਨਾ, ਮੱਥਾ ਟੇਕੇ। ਦੂਆ ਸਰਬ ਕਲਾ ਸਮਰੱਥ, ਗੁਣਵਾਦ ਹੋ ਗਿਆ, ਮੇਰਾ ਗੁਰੂ ਸਾਰਿਆਂ ਕਲਾ ਵਿੱਚ ਸੰਪੂਰਨ, ਗੁਣਵਾਦ ਹੋ ਗਿਆ। ਤੀਸਰਾ ਆਸ਼ੀਰਵਾਦ ਆ ਗਈ, ਡੋਲਣ ਤੇ ਰੱਖੋ ਪ੍ਰਭੂ, ਮੇਰੇ ਕਾਰਜ ਨੂੰ ਸਫਲਤਾ ਕਰਨੀ, ਮੈਂ ਡੋਲਾਂ ਨਾ, ਨਾਨਕ ਦੇ ਕਰ ਹੱਥ। ਇੱਕੋ ਸ਼ਲੋਕ ਵਿੱਚ ਤਿੰਨ ਅਲੰਕਾਰ। ਸਾਰੇ ਧਰਮਾਂ ਦੇ ਆਪਣੇ ਆਪਣੇ ਅਲੰਕਾਰ ਨੇ। ਸਿੱਖ ਧਰਮ ਦਾ ਅਲੰਕਾਰ 4 ਰੂਪ ਨੇ ਗੁਰੂ ਗ੍ਰੰਥ ਸਾਹਿਬ ਵਿੱਚ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ, ਇੱਕ ਓਂਕਾਰ ਸਤਨਾਮ ਗੁਰ ਪ੍ਰਸਾਦ, ਇੱਕ ਓਂਕਾਰ ਗੁਰ ਪ੍ਰਸਾਦ, ਇੱਕ ਓਂਕਾਰ ਸਤਨਾਮ ਕਰਤਾ ਪੁਰਖ, ਜਿਹੜਾ ਪੂਰਾ ਤੁਸੀਂ ਪੜ੍ਹਦੇ ਹੋ। ਇੱਥੇ ਮਹਾਰਾਜ ਨੇ ਬਾਣੀ ਆਰੰਭ ਕਰਨ ਲੱਗੇ, ਅਕਾਲ ਪੁਰਖ ਦਾ ਅਲੰਕਾਰ, ਉਹਦੀ ਅਸ਼ੀਰਵਾਦ ਮੰਗੀ। ਤੂੰ ਇੱਕ ਹੈ, ਤੂੰ ਪਸਰਿਆ ਹੋਇਆ ਓਂਕਾਰ, ਪ੍ਰਕਾਸ਼ ਹੈ, ਪ੍ਰਕਾਸ਼ ਹੈ ਤੇਰੇ ਵਿੱਚ। ਤੂੰ ਸੱਚ ਹੈ, ਤੇਰੀ ਨਾਮ ਨਾਮ ਨਾ ਵਡਿਆਈ। ਕਹਿੰਦੇ ਨਹੀਂ ਉਹਦਾ ਨਾਮ ਬਹੁਤ ਉੱਚਾ ਹੈ, ਤੇਰੀ ਵਡਿਆਈ ਬਹੁਤ। ਤੂੰ ਹਨੇਰੇ ਵਿੱਚ ਚਰਨਾ ਕਰਨ ਦੇ ਗੁਰ, ਗੋ ਨਾਮ ਅੰਧਕਾਰੇ ਰੂਪ ਪ੍ਰਕਾਸ਼ਾ ਪ੍ਰਸਾਦ, ਤੂੰ ਸਦਾ ਹੀ ਆਨੰਦ ਚੇਤੇ। ਸਤਿਅਮ ਸ਼ਿਵਮੰ ਸੁੰਦਰਮ, ਸਤ ਸੁਹਾਣੇ ਸਦਾ ਮਨ ਚਾਓ। ਹੁਣ ਆਓ ਇਹ ਮਹਾਰਾਜ ਦੇ ਅੱਗੇ ਨਮਸਕਾਰ ਕਰਕੇ, ਇਹ ਵਾਰ ਬੋਲੀ ਹੈ ਉਹਨਾਂ ਨੇ, ਮੀਰਾਂ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤੀ ਹੈ, ਗੁਰੂ ਅਰਜਨ ਦੇਵ ਜੀ। ਪਿਆਰ ਨਾਲ ਸਰਵਣ ਕਰੀਏ। ਨਾਉ ਕਰਤਾ ਕਾਦਰ ਕਰੇ, ਕਿਉਂ ਬੋਲ ਹੋਵੇ ਜੋ ਖੀਵਦਾ। ਹੁਣ ਇਹ ਜਿਹੜੀਆਂ 3 ਪੌੜੀਆਂ ਨੇ ਨਾ ਪਹਿਲੀਆਂ, ਇਸ ਵਾਰ ਦੀਆਂ 8 ਪੌੜੀਆਂ ਨੇ। ਇਹ ਜਿਵੇਂ ਸ਼ਲੋਕ ਕੋਈ ਨਹੀਂ। ਸਵੇਰੇ ਵੀ ਤੁਹਾਨੂੰ ਕਿਹਾ ਸੀ, ਇਹ ਬਾਬੇ ਨਾਨਕ ਦੀ ਦੇਣ ਹੈ। ਗੁਰੂ ਨਾਨਕ ਦੀਆਂ ਵਾਰਾਂ ਤੋਂ ਬਿਨਾ ਕਿਸੇ ਵਾਰ ਵਿੱਚ ਸ਼ਲੋਕ ਨਹੀਂ। ਵਰਲਡ ਲੈਵਲ ਦੀਆਂ ਵਾਰਾਂ ਪੜ੍ਹ ਲਿਓ।
ਜੇ ਸ਼ਲੋਕਾਂ ਵਿੱਚ ਵਾਰ ਵਿੱਚ ਸ਼ਲੋਕ ਦਰਜ ਕੀਤੇ ਹੈ ਤਾਂ ਕੇਵਲ ਗੁਰੂ ਨਾਨਕ ਨੇ ਕੀਤੇ। ਜਿੰਨੀਆਂ ਬਾਕੀ ਵਾਰਾਂ ਪੌੜੀਆਂ ਹੀ ਹੋਣੀਆਂ, ਸਾਰੀਆਂ ਵਾਰਾਂ ਪੌੜੀਆਂ ਵਿੱਚ ਉਚਾਰੀਆਂ ਜਾਣੀਆਂ। ਤੇ ਗੁਰੂ ਗ੍ਰੰਥ ਸਾਹਿਬ ਵਿੱਚ ਵੀ 2 ਵਾਰਾਂ ਹਨ। ਇੱਕ ਬਸੰਤ ਕੀ ਵਾਰ ਮਹਿਲ ਪੰਜਵਾਂ, ਉੱਥੇ ਮਹੱਲਾ ਪਾਠ ਨਹੀਂ, ਹੁਣ ਆਪਣੇ ਕੋਲ ਤੇ ਕੰਨਾ ਲਾਤਾ ਸੀ। ਬਸੰਤ ਕੀ ਵਾਰ ਮਹਿਲ ਪੰਜਵਾਂ, ਉਹਦੀਆਂ 3 ਪੌੜੀਆਂ, ਉਹਦੇ ਵਿੱਚ ਸ਼ਲੋਕ ਕੋਈ ਨਹੀਂ। ਇੱਕ ਰਾਮਕਲੀ ਦੀ ਵਾਰ ਜਿਹੜੀ ਆਪਾਂ ਵਿਚਾਰਨੀ ਹੈ, ਇਹਦੇ ਵਿੱਚ 8 ਪੌੜੀਆਂ ਹੀ ਪੌੜੀਆਂ, ਸ਼ਲੋਕ ਕੋਈ ਨਹੀਂ ਹੈ। ਪਹਿਲਾਂ ਵਾਰਾਂ ਵਿੱਚ ਪੌੜੀਆਂ ਹੀ ਹੁੰਦੀਆਂ ਸੀ, ਪਰ ਗੁਰੂ ਨਾਨਕ ਦੀ ਲਿਖਤ ਪੜ੍ਹੀ ਹੈ ਆਸਾ ਮਹੱਲਾ ਪਹਿਲਾ, ਵਾਰ ਵੀ ਸ਼ਲੋਕਾਂ ਨਾਲ ਦੱਸ ਰਹੇ ਨੇ। ਨਵਾਂ ਕੰਮ ਇਹ ਵਾਰ ਤਾਂ ਰਚਣ ਲੱਗੇ ਹੈ, ਪਰ ਕੱਲੀਆਂ ਪੌੜੀਆਂ ਨਹੀਂ, ਇਹਦੇ ਵਿੱਚ ਸ਼ਲੋਕ ਵੀ ਹੈ। ਇਹ ਗੁਰੂ ਨਾਨਕ ਦੀ ਦੇਣ। ਇਹਦੇ ਵਿੱਚ 8 ਪੌੜੀਆਂ ਨੇ। 3 ਪਹਿਲੀਆਂ ਪੌੜੀਆਂ ਰਾਏ ਬਲਵੰਡ ਜੀ ਦੀਆਂ ਨੇ, ਪਿਛਲੀਆਂ 5 ਪੌੜੀਆਂ ਸੱਤਾ ਜੀ ਦੀਆਂ ਨੇ। ਹੁਣ ਵਾਰ ਆਰੰਭ ਕਰਨ ਲੱਗੇ, ਆਪਣੀ ਨਿਮਰਤਾ ਦੱਸ ਰਹੇ ਨੇ ਰਾਏ ਬਲਵੰਡ ਜੀ। ਉਹਨਾਂ ਦੀ ਵਿਦਵਤਾ ਤੁਹਾਨੂੰ ਬਾਣੀ ਵਿੱਚੋਂ ਦਿਖੂਗੀ। ਗੁਰੂ ਕੇ ਕੀਰਤਨ ਕਿੰਨੀ ਖੋਜੀ, ਪਰ ਨਿਮਰਤਾ। ਹੇ ਗੁਰੂ ਨਾਨਕ ਦੇਵ, ਇਹ ਪੌੜੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਥਾਏ। ਇਹ ਸਤਿਗੁਰੂ ਨਾਨਕ ਦੇਵ ਨੂੰ ਸੰਬੋਧਨ ਕਰਕੇ, ਐ ਸੰਸਾਰ ਦੇ ਲੋਕੋ, ਜਿਹਦਾ ਰੱਬ ਨਾਮ ਵੱਡਾ ਕਰ ਦਵੇ ਨਾ, ਨੌ ਕਰਤਾ ਕਾਦਰ ਕਰੇ। ਨੌ ਕਹੀਏ ਨਾਮ ਨਾ ਵਡਿਆਈ, ਜਿਹਨੂੰ ਰੱਬ ਵਡਿਆਈ ਦੇ ਦੇਵੇ, ਜਿਹਨੂੰ ਰੱਬ ਉੱਚਾ ਕਰ ਦੇਵੇ। ਰਾਏ ਬਲਵੰਡ ਜੀ ਕਹਿੰਦੇ, ਕਿਉਂ ਬੋਲ ਹੋਵੇ ਜੋ ਖੀਵਦ ਹੈ, ਜੋਖੀ, ਜੋਖਣਾ ਸ਼ਬਦ ਹੈ, ਜੋ ਖੀਵਦ ਹੈ। ਮੇਰੇ ਕੋਲ ਐਸੇ ਕਿਹੜੇ ਬੋਲ ਹੋਣਗੇ, ਕਿਹੜੀ ਅਕਲ ਹੋਵੇਗੀ, ਕਿਹੜਾ ਵਿਆਕਰਨ ਹੋਊ, ਕਿਹੜਾ ਗ੍ਰਾਮਰ ਹੋਵੇਗਾ, ਕਿਹੜੀ ਭਾਸ਼ਾ ਹੋਊਗੀ, ਜਿਹਨੂੰ ਰੱਬ ਵੱਡਾ ਕਰ ਦੇਵੇ, ਜਿਹਨੂੰ ਰੱਬ ਵਡਿਆਈ ਦੇ ਦੇਵੇ। ਮੈਂ ਕਿਹੜੇ ਬੋਲਾਂ ਨਾਲ ਕਹਿ ਸਕੂੰਗਾ ਅੱਜ ਕੇ ਆਖੋ ਸਤਿਨਾਮ। ਕਿਉਂ ਬੋਲ ਹੋਵੇ, ਮੇਤੇ ਕੋਈ ਬੋਲ ਹੋਊਗਾ, ਰੱਬ ਦੀ ਵਡਿਆਈ ਬੋਲੋਗੇ। ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਮੁਨਕਰ ਹੋ ਗਏ, ਤੇਰੇ ਕਵਣ ਕਵਣ ਗੁਣ ਕਹਿ ਗਾਵਾਂ। ਤੂੰ ਠਾਕਰ ਊਚ ਪਊਆ, ਤੁਮਰੀ ਮਹਿਮਾ ਬਰ ਨ ਸਕੋ। ਜਦ ਉਹੀ ਮੁਨਕਰ ਹੋ ਗਏ, ਬੰਦਾ ਕੀ ਕਹੂਗਾ। ਏਕ ਜੀ ਗੁਣ ਕਵਣ ਬਖਾਨਾ, ਸਹਿਸ ਫਨੀ ਸੇਖ ਅੰਤ ਨਾ ਜਾਣੇ। ਤੁਕ ਦਾ ਅਰਥ ਸਮਝਿਓ। ਗੁਰੂ ਨਾਨਕ ਦੀ ਵਡਿਆਈ ਪਰਮੇਸ਼ਰ ਨੇ ਵੱਡੀ ਕਰਤੀ। ਰੱਬ ਨੇ ਹੀ ਸੱਚਖੰਡ ਕਹਿ ਦਿੱਤਾ ਉਹਨੂੰ, ਨਾਨਕ ਜੋ ਮੇਰਾ ਸੋ ਤੇਰਾ, ਜੋ ਤੇਰਾ ਸੋ ਮੇਰਾ। ਇੱਥੇ ਤੱਕ ਕਹਿ ਦਿੱਤਾ, ਮੇਰਾ ਹੀ ਰੂਪ। ਰਾਏ ਬਲਵੰਡ ਜੀ ਕਹਿੰਦੇ, ਜਿਸ ਨੂੰ ਅਕਾਲ ਪੁਰਖ ਨੇ ਇੰਨੀ ਵਡਿਆਈ ਦੇ ਦਿੱਤੀ, ਨੌ ਕਰਤਾ ਕਾਦਰ ਕਰੇ, ਨਾਮਣਾ ਵਡਿਆਈ, ਜਿਹਦਾ ਨੌ ਰੱਬ ਵੱਡਾ ਕਰ ਦੇਵੇ। ਰਾਏ ਬਲਵੰਡ ਜੀ ਕਹਿੰਦੇ, ਕੋਈ ਸ਼ਬਦ ਨਹੀਂ ਲੱਭਣੇ ਉਹਦੀ ਵਡਿਆਈ ਤੋਲਣ ਖਾਤਰ। ਕਾਹਦੇ ਚ ਮਾਪੋਗੇ, ਕਿਹੜੇ ਸ਼ਬਦ ਤਖੜੀ ਚ ਪਾਓਗੇ ਕਿ ਉਹਦੀ ਵਡਿਆਈ ਨੂੰ ਮਾਪ ਦੋ? ਨਹੀਂ ਮਾਪੀ ਜਾ। ਅੰਤ ਨਾ ਸਿਫਤੀ, ਕਹਿਣ ਨਾ ਅੰਤ, ਅੰਤ ਨਾ ਕਰਨੇ। ਇੱਕ ਫਸ ਗਿਆ ਵਿਚਾਰਾ ਸ਼ੇਸ਼ਨਾਗ, ਫਸ ਗਿਆ। ਕਹਿੰਦਾ ਮੈਂ ਪੰਜਾਬੀ ਚ, ਜਿੱਦਣ ਸ੍ਰਿਸ਼ਟੀ ਸਾਜੀ ਨਾ ਵਾਹਿਗੁਰੂ ਨੇ, ਇਹ 3 ਦੇਵਤੇ ਬਣਾਤੇ, ਐਡਮਿਨਿਸਟ੍ਰੇਟਿਵ ਪ੍ਰਬੰਧਕ ਆਫੀਸਰ, ਪ੍ਰਬੰਧ ਚਲਾਉਣਾ ਸੀ। ਬ੍ਰਹਮਾ ਨੂੰ ਕਹਿੰਦੇ ਤੂੰ ਪੈਦਾ ਕਰੀ ਜਾ, ਵਿਸ਼ਨੂੰ ਨੂੰ ਕਹਿੰਦੇ ਰੋਟੀ ਦੇਈ ਜਾ, ਸ਼ਿਵ ਜੀ ਨੂੰ ਕਹਿੰਦੇ ਤੂੰ ਬਈ ਜਗ੍ਹਾ ਖਾਲੀ ਕਰੀ ਜਾਈ, ਕਿਸੇ ਹੋਰ ਨੇ ਵੀ ਆਉਣਾ ਹੈ। ਅੱਜ ਕੇ ਆਖੋ ਸਤਿਨਾਮ। ਜੇ ਸਟੇਸ਼ਨ ਤੋਂ ਗੱਡੀਆਂ ਤੁਰਨੇ ਨਾ ਤਾਂ ਆਉਣਗੀਆਂ ਕਿੱਥੋਂ ਪਿੱਛੋਂ? ਇਹ ਸਰੀਰ ਰੂਪੀ ਗੱਡੀਆਂ ਤੁਰੀ ਜਾਣੀਆਂ ਤੇ ਤਾਂ ਹੀ ਨਵੀਆਂ ਹੋਣੀਆਂ। ਨਾਲੇ ਹੁਣ ਤਾਂ ਤੁਸੀਂ ਪੜ੍ਹੇ ਲਿਖੇ ਇੰਗਲੈਂਡ ਦੇ ਬੈਠੇ ਹੋ,
ਪ੍ਰੋਬਲਮ ਹੈ ਜਨਸੰਖਿਆ ਦੀ ਹੋ ਗਈ। ਅੱਜ ਕੇ ਆਖੋ ਸਤਨਾਮ। ਹੁਣ ਤਾਂ ਜਨਸੰਖਿਆ ਦੀ ਗਿਣਤੀ ਹੋ ਵੱਧ ਹੋ ਗਈ। 1 ਅਰਬ ਤੇ ਤਾਂ ਇੰਡੀਆ ਹੀ ਪੁੱਜ ਗਿਆ ਆਪਣਾ ਸੁੱਖ ਨਾਲ। ਇਹ शिव जी भगवान ਨੂੰ ਹੁਕਮ ਹੈ ਤੂੰ ਬੱਸ ਸਟੈਂਡ ਖਾਲੀ ਕਰੀ ਜਾਈ ਤਾਂ ਹੀ ਨਵੀਆਂ ਆਉਣਗੀਆਂ। ਤਿੰਨਾਂ ਨੂੰ ਡਿਊਟੀਆਂ ਦੇਤੀ। शिव जी ਦੀ शिवपुरी ਬਣਾਤੀ, ਬ੍ਰਹਮਪੁਰੀ ਬਣਾਤੀ। ਵਿਸ਼ਨੂੰ ਕਹਿੰਦਾ ਮੈਂ ਨਹੀਂ ਜਾਣਾ। ਭਗਵਾਨ ਕਹਿੰਦੇ ਕਿਉਂ? ਕਹਿੰਦਾ ਰੱਬਾ ਅਕਾਲ ਪੁਰਖ ਨਾ ਤਾਂ शिव जी ਦੀ ਪੁਰੀ ਚ ਕਿਸੇ ਨੇ ਜਾਣੇ, ਨਾ ਬ੍ਰਹਮਪੁਰੀ ਚ ਜਾਣੇ। ਉਹਨੇ ਪੈਦਾ ਕਰਨੇ, ਉਹਨੇ ਮਾਰਨੇ। ਔਖਾ ਕੰਮ ਮੈਨੂੰ ਦਿੱਤਾ ਤੈਂ, ਮੈਨੂੰ ਦਿੱਤੇ ਹੈ ਭੰਡਾਰੇ, ਡਾਕਾ ਮੇਰੀ ਪੁਰੀ ਚ ਪੈਣਾ ਹੈ। ਅੱਜ ਕੇ ਆਖੋ ਸਤਨਾਮ। ਜਿੱਥੇ ਖਜ਼ਾਨਾ ਪਿਆ ਹੋਵੇ ਲੁੱਟਮਾਰ ਉੱਥੇ ਹੁੰਦੀ ਹੈ। ਮੇਰੀ ਪੁਰੀ ਉੱਥੇ ਬਣਾ ਜਿੱਥੇ ਕੋਈ ਜਾ ਨਾ ਸਕੇ। ਜਿੱਥੇ ਪਈ ਹੁੰਦੀ ਹੈ ਉੱਥੇ ਖੜਕਾ ਧੜਕਾ ਹੁੰਦਾ ਹੈ। ਉਹ ਪੰਜਾਬੀ ਬੈਠੇ ਹੋ ਜਿਹਦੇ ਦਾਣੇ ਨਹੀਂ ਹੁੰਦੇ ਉੱਥੇ ਤਾਂ ਚੂਹੇ ਵੀ ਨਹੀਂ ਜਾਂਦੇ। ਯਾਦ ਹੋਣਾ ਪੰਜਾਬੀ ਤੁਹਾਨੂੰ। ਚੂਹੇ ਵੀ ਉਹਨਾਂ ਘਰਾਂ ਚ ਹੁੰਦੇ ਆ ਜਿੱਥੇ ਦਾਣੇ। ਵਿਸ਼ਨੂੰ ਕਹਿੰਦਾ ਇਹ ਲੁੱਟ ਮਾਰ ਕਰਨ ਵਾਲੇ ਬਹੁਤ ਹੈ। ਮੇਰੀ ਪੂਰੀ ਉੱਥੇ ਬਣਾ ਜਿੱਥੇ ਕੋਈ ਜਾ ਨਾ ਸਕੇ। ਕਹਿੰਦੇ ਕਿਤੇ ਬਣਾਵਾਂ? ਪਤਾਲ ਦੇ ਵਿੱਚ, ਸਮੁੰਦਰ ਦੇ ਹੇਠ। ਨਾਰਾਇਣ। ਨਾਰ ਕਹੀਏ ਪਾਣੀ, ਐਣ ਕਹੀਏ ਘਰ। ਨਾਰ ਕਹੀਏ ਮਾਇਆ, ਐਣ ਕਹੀਏ ਘਰ। ਪਤਾਲ ਦੇ ਵਿੱਚ ਹੈ ਵਿਸ਼ਨੂਪੁਰੀ। ਕਹਿੰਦਾ ਜੀ ਮੈਂ ਬੈਠੂੰਗਾ ਕਾਹਦੇ ਉੱਤੇ? ਉੱਥੇ ਕੋਲ ਬੈਠਾ ਸੀ ਸ਼ੇਸ਼ਨਾਗ। ਉਹ ਕਹਿੰਦਾ ਇਹ ਸੇਵਾ ਕਹਿੰਦਾ ਮੈਨੂੰ ਦੇ ਦਿਓ। ਜਿਵੇਂ ਤੁਸੀਂ ਕਈ ਵਾਰ ਪੁੱਛ ਲੈਂਦੇ ਹੋ ਬਾਬਾ ਜੀ ਕੋਈ ਸੇਵਾ ਬਖਸ਼ੋ। ਜੇ ਗਾਹਾਂ ਤੇ ਬਾਬਾ ਪਾਣੀ ਦਾ ਗਲਾਸ ਮੰਗ ਲਵੇ ਨਾ, ਉੱਥੇ ਖੜਾ ਸਿੱਖ ਦੂਏ ਨੂੰ ਹਾਕ ਮਾਰੂਗਾ ਉਹ ਲਿਆਈ ਪਾਣੀ ਪਿਲਾਉਣਾ ਬਾਬੇ ਨੂੰ। ਟ੍ਰਾਂਸਫਰ ਕਰ ਦਿੰਦਾ ਜਿਹਦੇ ਆਰਡਰ। ਗਾਹਾਂ ਲਾ ਦੂਆ ਪਤਾ ਨਹੀਂ ਤੀਏ ਨੂੰ ਹੀ ਟ੍ਰਾਂਸਫਰ ਕਰ ਦੇਵੇ। ਇੰਨੇ ਨੂੰ ਪੀਣ ਵਾਲਾ ਗਿਆ ਆ। ਜਿਹਨੇ ਨੂੰ ਗਲਾਸ ਆਉਣਾ ਉਹਨੇ ਉੱਥੇ ਰਹਿਣਾ ਹੀ ਨਹੀਂ। ਇਹ ਸਾਡੀ ਸੇਵਾ ਹੈ। ਗੁਰ ਪੀਰਾਂ ਕੀ ਚਾਕਰੀ ਮਹਾ ਕਰੜੀ ਸੁਖ ਔਖੀ ਕਹਿਣੀ ਉਸ। ਸ਼ੇਸ਼ਨਾਗ ਕਹਿੰਦਾ ਇਹ ਵਿਸ਼ਨੂੰ ਦੇ ਬੈਠਣ ਦੀ ਸੇਵਾ ਮੈਂ ਕਰੂੰਗਾ। ਹੁਣ ਸ਼ੇਸ਼ਨਾਗ ਦੀ ਸੇਜਾ ਦੇ ਉੱਤੇ ਵਿਸ਼ਨੂੰ ਬੈਠੇ ਹੈ ਪਤਾਲ ਵਿੱਚ। ਇਹ ਗੁਰੂ ਗ੍ਰੰਥ ਸਾਹਿਬ ਮੰਨ ਰਹੇ, ਮੈਂ ਨਹੀਂ ਕਹਿ ਰਿਹਾ। ਬੈਠੇ ਕਹਿੰਦੇ ਤੂੰ ਕਰ ਲੈ। ਇੰਗਲੈਂਡ ਚ ਵੀ ਕੱਪੜਾ ਬਣਦਾ ਹੋਣਾ। ਚੀਨ ਦੀ ਰੇਸ਼ਮ, ਅਸਾਮ ਦੀ ਰੇਸ਼ਮ ਬਹੁਤ ਮੁਲਾਇਮ ਹੈ। ਪਰ ਕੁਦਰਤ ਦੇਖੋ ਰੱਬ ਦੀ। ਸੱਪ ਦੇ ਸਰੀਰ ਵਰਗਾ ਮੁਲਾਇਮ ਕੱਪੜਾ ਦੁਨੀਆ ਚ ਨਹੀਂ ਬਣੂਗਾ। ਅੱਜ ਕੇ ਆਖੋ ਇਹ ਉਹਦੀ ਕੁਦਰਤ। ਜਿੰਨਾ ਮੁਲਾਇਮ ਉਹਦਾ ਸਰੀਰ ਹੈ ਨਹੀਂ ਬਣੂ। ਮੇਰੀ ਸੇਜਾ ਤੇ ਬੈਠੇ ਉਹ ਵੀ ਪਤਾਲਾਂ ਚ ਰਹਿੰਦੇ। ਹੁਣ ਸੇਵਾ ਮੰਗਤਾ ਲਈ ਵਿਸ਼ਨੂੰ ਕਹਿੰਦਾ ਆ ਚੱਲੀਏ। ਹੁਣ ਮਾਰ ਚੌਕੜੀ ਮੈਂ ਬੈਠਾ ਉੱਥੇ। ਜਦ ਤੁਰਨ ਲੱਗਿਆ ਨਾ ਸ਼ੇਸ਼ਨਾਗ, ਫਿਰ ਯਾਦ ਆ ਗਿਆ ਵੀ ਉੱਥੇ ਰਿਟਾਇਰਮੈਂਟ ਤਾਂ ਹੈ ਹੀ ਨਹੀਂ। ਨਾ ਉੱਥੇ ਸੰਡੇ ਆਉਣੀ ਹੈ, ਨਾ ਉੱਥੇ ਕ੍ਰਿਸਮਸ ਦੀ ਛੁੱਟੀ ਆਉਣੀ ਹੈ। ਮੈਂ ਤਾਂ ਜੇ ਜਦ ਬੈਠ ਗਿਆ ਤੇ ਬੈਠ ਗਿਆ ਬਸ। ਫਿਰ ਪਤਾ ਲੱਗਿਆ ਵੀ ਉੱਥੋਂ ਛੁੱਟੀ ਨਹੀਂ ਹੋਣੀ। ਭਗਵਾਨ ਨੂੰ ਕਹਿੰਦਾ ਭਗਵਾਨ ਮੈਂ ਬੈਠ ਤਾਂ ਜਾਣਾ, ਛੁੱਟੀ ਕਦ ਦੇਵੇਂਗਾ? ਰਿਟਾਇਰਮੈਂਟ ਕਦ ਕਰੇਂਗਾ ਮੇਰੀ? ਭਗਵਾਨ ਕਹਿੰਦੇ ਤੂੰ ਹੀ ਦੱਸ ਕੀ ਗੁਣ ਗਾਓਗੇ, ਕਿਹੜੇ ਬੋਲ ਕੱਢੋਗੇ ਉਹਦੇ ਖਾਤਰ। ਕਿਉਂ ਬੋਲ ਹੋਵੇ ਜੋਖੀ, ਤਖੜੀ ਚ ਕਿਹੜਾ ਬੱਟਾ ਪਾਉਂਗੇ ਉਹਨੂੰ ਤੋਲਣ ਖਾਤਰ। ਕਿਹੜੀ ਸਿਫਤੀ ਦੇ ਬੋਲ ਲਿਆਉਂਗੇ? ਰਾਏ ਬਲਵੰਡ ਜੀ ਕਹਿੰਦੇ ਨਹੀਂ ਕੋਈ ਬੋਲ, ਨਹੀਂ ਕੋਈ ਬੱਟਾ। ਆਪਣੇ ਬੱਟੇ ਪਤਾ ਕਿਹੋ ਜਿਹੇ ਨੇ? ਗੁਰੂ ਨਾਨਕ ਤੋਂ ਪੁੱਛ ਲਓ। ਧਰਤੀ ਪਾਣੀ ਪਰਬਤ ਪਹਾੜ। ਵਾਹਿਗੁਰੂ ਤਾਂ ਪਰਬਤਾਂ ਤੋਂ ਵੀ ਪਾਰ ਹੈ, ਧਰਤੀ ਤੋਂ ਵੀ ਪਾਰ ਹੈ, ਸਮੁੰਦਰਾਂ ਤੋਂ ਵੀ ਵੱਡੇ। ਕਿਉਂ ਕੰਡੇ ਤੋਲੇ ਸੁਨਿਆਰ। ਅਜੀਲੀ ਦੀਆਂ ਦੁਕਾਨਾਂ ਹੈਗੀਆਂ ਇੱਥੇ। ਕਿਸੇ ਸੁਨਿਆਰ ਨੂੰ ਕਹੀਏ ਤੂੰ ਇੰਗਲੈਂਡ ਵਾਲਾ ਸਮੁੰਦਰ ਤੋਲ ਆਪਣੀ ਕੰਢੀ ਤੇ, ਤੋਲ। ਤੂੰ ਧਰਤੀ ਨੂੰ ਤੋਲ, ਸੁਨਿਆਰ ਦੀ ਕੰਢੀ ਨਹੀਂ ਤੋਲ ਸਕਦੀ। ਕੀ ਤੋਲੂਗੀ?
ਤੋਲਾ ਮਾਸਾ ਰਤਕ ਪਾਏ, ਨਾਨਕ ਪੁੱਛਿਆ ਦੇ ਪੁਜਾਏ। ਸੁਨਿਆਰ ਦੀ ਕੰਢੀ ਤਾਂ ਤੋਲੇ, ਰਤੀਆਂ ਮਾਸਾ ਤੋਲ ਸਕਦੀ ਹੈ, ਧਰਤੀ ਨੂੰ ਕਿੱਥੇ ਤੋਲੂ। ਵਾਹਿਗੁਰੂ ਧਰਤੀ ਪਾਣੀ ਪਰਬਤ ਭਾਰ, ਸਾਡੇ ਬੁੱਧੀ ਦੀ ਅਕਲ ਦੀ ਕੰਢੀ ਤਾਂ ਸੁਨਿਆਰ ਦੀ ਕੰਢੀ ਹੈ। ਅੱਜ ਕੇ ਆਖੋ ਸਤਿਨਾਮ। ਇਹਦੇ ਵਿੱਚ ਰੱਬ ਨੂੰ ਕਿਉਂ ਬੋਲ ਹੋਵੇ ਜੋਖੀ, ਕਾਹਦੇ ਨਾਲ ਜੋਖੋਗੇ ਰੱਬ ਨੂੰ, ਕਿਹਦੇ ਗੱਲਾਂ ਨਾਲ, ਕਿਹੜੇ ਲਫ਼ਜ਼ਾਂ ਨਾਲ। ਉਹ ਕਹਿੰਦਾ ਜੀ ਮੈਂ ਤੇਰਾ ਨਾਮ ਜਪੂੰਗਾ, ਤੇਰੇ ਗੁਣ ਗਾਉਂਗਾ। ਸ਼ੇਸ਼ਨਾਗ ਕਹਿੰਦਾ ਤੇ ਜਿੱਦਣ ਤੇਰੇ ਗੁਣ ਪੂਰੇ ਹੋ ਗਏ ਨਾ, ਉਦਣੇ ਮੈਨੂੰ ਰਿਟਾਇਰ ਕਰ ਦੇ। ਤੇ ਗਾਉਂਗਾ ਵੀ ਪਤਾ ਕਿਵੇਂ, ਜਿਹੜਾ ਅੱਜ ਨਾਮ ਲੈ ਲਿਆ ਕੱਲ ਨੂੰ ਨਹੀਂ ਲੈਣਾ। ਨਵ ਤਨ ਨਾਮ ਨਿਤ ਨਵਾਂ ਨਾਮ। ਅੱਜ ਰਾਮ ਕਿਹਾ, ਕੱਲ ਨੂੰ ਹਰ, ਕੱਲ ਨੂੰ ਹਰ ਕਿਹਾ, ਪਰਸੋਂ ਨੂੰ ਨਰੈਣ, ਚੌਥੇ ਨੂੰ ਅੱਲਾ, ਛੇਵੇਂ ਸੱਤਵੇਂ ਨੂੰ ਵਿਸ਼ਨੂੰ। ਨਿਤ ਨਵਾਂ ਨਾਮ। ਮਾਰੂ ਰਾਗ ਪੜੋ ਹੁਣ। ਰਾਏ ਬਲਵੰਡ ਜੀ ਕਹਿੰਦੇ ਕਿਹੜੇ ਬੋਲ ਲਿਆਵਾਂ ਤੈਨੂੰ ਤੋਲਣ ਖਾਤਰ, ਕਿਹੜਾ ਵੱਟਾ ਪਾਵਾਂ ਤੇਰੀ ਉਪਮਾ ਕਰਨ ਖਾਤਰ। ਤੇਰਾ ਨਾਂ ਰੱਬ ਨੇ ਵੱਡਾ ਕਰ ਦਿੱਤਾ, ਤੈਨੂੰ ਵਡਿਆਈ ਰੱਬ ਨੇ ਦਿੱਤੀ ਏ। ਮੈਂ ਕਿਹੜੇ ਬੋਲਾਂ ਨਾਲ ਤੇਰੀ ਵਡਿਆਈ ਕਰਾਂ। ਕਿਉਂ ਬੋਲ ਹੋਵੇ ਜੋ ਖੀਵ ਦੇ, ਕਾਹਦੇ ਨਾਲ ਜੋਖਾ। ਅੱਜ ਤੱਕ ਬੈਠੇ ਫਸਿਆ ਸ਼ੇਸ਼ਨਾਗ, ਜਿੱਦਣ ਦੀ ਸ੍ਰਿਸ਼ਟੀ ਸਾਜੀ ਹੈ। ਆਪਾਂ ਇੱਕ ਜੀਵ ਨਾਲ ਕਵਾਂਗੇ, ਉਹਦਾ 1000 ਮੂੰਹ ਹੈ, 1000 ਜੀਵ ਨਾਲ ਕਹਿੰਦਾ। ਏਕ ਜੀ ਗੁਣ ਕਵਣ ਵਖਾਨੇ, ਸਹਿਸ ਫਨੀ ਸੇਖ ਅੰਤ ਨਾ ਜਾਣੇ। ਅੱਜ ਤੱਕ ਕਰ ਕੀ ਰਿਹਾ, ਨਵ ਤਨ ਨਾਮ ਜਪੈ ਦਿਨ ਰਾਤ। ਹਰ ਰੋਜ਼ ਰੱਬ ਦਾ ਨਵਾਂ ਨਾਮ ਲੈਂਦਾ। ਜਿਹੜਾ ਅੱਜ ਲੈ ਲਿਆ ਕੱਲ ਨੂੰ ਨਹੀਂ ਲੈਣਾ। ਸਿਆਣੇ ਬੈਠੇ ਹੋ, ਕਿੱਥੇ ਪੁੱਜਿਆ, ਪੁੱਜਿਆ ਕਿੱਥੇ। ਕਦੀ ਕਿ ਸ੍ਰਿਸ਼ਟੀ ਸਾਜੀ, ਕਿੰਨੇ ਕੁ ਨਾਮ ਲੈ ਲਏ ਹੋਣੇ, ਪਰ ਪੁੱਜਿਆ ਕਿੱਥੇ। ਇੱਕ ਗੁਣ ਨਾਹੀ ਪ੍ਰਭ ਕਹਿ ਸੰਗ। ਇੱਕ ਗੁਣ ਕੀ ਅਰਥ ਕਰੋਗੇ। ਵਾਹਿਗੁਰੂ ਦੇ 3 ਗੁਣ, ਰਜੋ ਸਤੋ ਤਮੋ। 3 ਗੁਣ ਹੈ ਰੱਬ ਦੇ, ਤੇਹੀ ਗੁਣੀ ਤਿਰ ਭਵਨ ਵਿਆਪਿਆ। ਗੁਰੂ ਅਰਜਨ ਕਹਿੰਦੇ ਜਿੱਦਣ ਦੀ ਸ੍ਰਿਸ਼ਟੀ ਸਾਜੀ ਹੈ, ਉਦਣ ਦਾ ਇੱਕ ਨਵਾਂ ਨਾਮ ਲੈਂਦਾ ਹੈ। ਪਰ 3 ਗੁਣਾਂ ਵਿੱਚੋਂ ਹਜੇ ਇੱਕ ਗੁਣ ਦੇ ਨਾਮ ਵੀ ਪੂਰੇ ਨਹੀਂ ਹੋਏ। ਅੱਜ ਕੇ ਆਖੋ ਸਤਿਨਾਮ। 2 ਪੈਂਡਿੰਗ ਪਏ, ਇੱਕ ਗੁਣ ਨਹੀਂ, ਹਜੇ ਰਜੋ ਗੁਣ ਵੀ ਨਹੀਂ ਪੂਰੇ ਹੋਏ। ਰਾਏ ਬਲਵੰਡ ਜੀ ਨਿਮਰਤਾ ਵਿੱਚ ਆ ਗਏ। ਇਹ ਗੁਰੂ ਅਰਜਨ, ਤੁਸੀਂ ਕਹਿੰਦੇ ਹੋ ਵੱਡਿਆਂ ਦੀ ਸਿਫਤ ਕਰੋ, ਜਿਹੜੇ ਮੂੰਹ ਨਾਲ ਨਿੰਦਿਆ ਕੀਤੀ ਹੈ ਸਿਫਤ ਕਰੋ। ਮੇਰੇ ਵਿੱਚ ਕੀ ਸ਼ਕਤੀ ਹੈ। ਗੁਰੂ ਨਾਨਕ ਦੀ ਵਡਿਆਈ ਰੱਬ ਨੇ ਵੱਡੀ ਕਰ ਦਿੱਤੀ, ਆਪਣਾ ਬਰਾਬਰ ਬਣਾ ਲਿਆ। ਮੇਰੇ ਕੋਲ ਕੋਈ ਬੋਲ ਨਹੀਂ ਹੈ। ਕਿਉਂ ਬੋਲ ਹੋਵੇ, ਕਿਵੇਂ ਬੋਲਾਂ ਉਹਨਾਂ ਦੀ ਵਡਿਆਈ, ਕਿਹੜੇ ਸ਼ਬਦਾਂ ਵਿੱਚ ਬੋਲਾਂ ਉਹਨਾਂ ਦੀ ਵਡਿਆਈ ਨੂੰ, ਕਾਹਦੇ ਨਾਲ ਜੋਖਾਂ। ਇੱਕ ਹੋਰ ਅਰਥ ਸੁਣ ਲਓ, ਰਿਕਾਰਡਿੰਗ ਕਰ ਰਹੇ ਨੇ ਮਾਂਡੂਨੀਆ ਦੀ। ਪਤਾ ਨਹੀਂ ਕਿੱਥੇ ਕਿੱਥੇ ਮੇਰੀ ਚੋਰੀ ਕਰਕੇ ਵੰਡਣਗੇ। ਅੱਜ ਕਿਹਾ ਕੁਛ ਪਤਾ ਨਹੀਂ ਕਿੱਥੇ ਕਿੱਥੇ ਬਚਾ ਦੇਣੀ ਇਹਨਾਂ ਨੇ। ਨੌ ਕਰਤਾ ਕਾਦਰ ਕਰੇ, ਅਗਲਾ ਅਰਥ ਇੱਥੇ ਨੌ ਕਹੀਏ ਨਿਉ, ਇਨਸਾਫ। ਉਹ ਵਾਹਿਗੁਰੂ ਇਨਸਾਫ ਕਰਦਾ। ਉੱਥੇ ਸੱਚੇ ਹੀ ਸੱਚ ਨਿਬੜ। ਸੱਚੇ ਪਾਠ ਹੈ, ਸੱਚੋ ਸੱਚ ਨਹੀਂ, ਉੱਥੇ ਸੱਚੇ ਹੀ ਸੱਚ ਨੇ। ਕੀ ਅਰਥ ਹੋਏ। ਅਗਲੀ ਦਰਗਾਹ ਵਿੱਚ ਜੱਜ ਸੱਚੇ ਨੇ, ਉੱਥੇ ਸੱਚੇ ਮੈਜਿਸਟ੍ਰੇਟ ਸੱਚੇ ਨੇ। ਜਿੱਥੇ ਜੱਜ ਸੱਚਾ ਹੋਊਗਾ, ਇਨਸਾਫ ਵੀ ਸੱਚਾ ਹੋਵੇਗਾ। ਉੱਥੇ ਸੱਚੇ ਹੀ ਸੱਚ ਨਿਬੜ। ਜੱਜ ਸੱਚੇ ਨੇ, ਫੈਸਲਾ ਸੱਚਾ। ਨੌ ਕਰਤਾ
ਅਕਾਲ ਪੁਰਖ ਨਿਉ ਕਰਦਾ, ਤੇਰੇ ਘਰ ਸਦਾ ਸਦਾ ਹੈ ਨਿਉ। ਗੁਰੂ ਨਾਨਕ ਕਹਿੰਦੇ ਹਰ ਕੀ ਵਡਿਆਈ ਵੱਡੀ ਹੈ ਜਾਂ ਕੀਰਤਨ ਹਰ ਕਾ, ਹਰ ਕੀ ਵਡਿਆਈ ਵੱਡੀ ਹੈ ਜਾਂ ਨਾ ਸੁਣਈ ਕਿਹਾ ਚੁਗਲ ਕਾ। ਹਰ ਕੀ ਵਡਿਆਈ ਵੱਡੀ ਹੈ ਆ ਪੁੱਛਿਆ ਦਾਨ ਦੇਵ ਕਾ। ਹਰ ਕੀ ਵਡਿਆਈ ਵੱਡੀ ਹੈ ਜਾਂ ਨਿਉ ਹੈ ਧਰਮ ਕਾ। ਉਹਦੀ ਵਡਿਆਈ, ਉਹ ਧਰਮ ਦਾ ਨਿਉ, ਇਨਸਾਫ। ਇਹ ਰਾਏ ਬਲਵੰਡ ਜੀ ਕਹਿੰਦੇ ਜਦ ਉੱਥੇ ਇਨਸਾਫ ਹੋਣਾ ਨਾ ਆਪਣੇ ਕਰਮਾਂ ਦਾ, ਕਿਉਂ ਬੋਲ ਹੋਵੇ, ਕੋਈ ਕਹੂਗਾ ਨਹੀਂ ਇਹ ਇਨਸਾਫ ਗਲਤ ਹੈ ਤੇ ਅਪੀਲ ਕਰਨੀ ਪਊਗੀ, ਹੋਰ ਵਕੀਲ ਕਰ ਲੈਂਦੇ। ਜੋ ਇਨਸਾਫ ਰੱਬ ਨੇ ਕਰਤਾ ਤੇ ਇੱਥੋਂ ਨਹੀਂ ਬੋਲ ਹੋਣਾ, ਜੋ ਹੋ ਗਿਆ ਸੋ ਹੋ ਗਿਆ। ਉੱਥੇ ਰਿਸ਼ਤੇਦਾਰ ਛਡਾਉਣਗੇ, ਮਾਇਆ ਛਡਾਊਗੀ। ਕਹਿੰਦੀ ਮੇਰੇ ਤਾਂ 10 ਬਿਲੀਅਨ ਪਏ ਯੂਕੇ 'ਚ, ਇਹ ਬੋਲ ਚੱਲਣਗੇ ਇੱਥੇ। ਮੈਂ ਤਾਂ ਪ੍ਰਾਈਮ ਮਿਨਿਸਟਰ ਸੀ ਇੰਗਲੈਂਡ ਦਾ, ਇਹ ਬੋਲ ਉੱਥੇ ਚੱਲਣਗੇ। ਕਿਉਂ ਬੋਲ ਹੋਵੇ? ਜਦ ਰੱਬ ਨੇ ਇਨਸਾਫ ਕਰਨਾ ਬੋਲ ਨਹੀਂ ਹੋਣਾ, ਕਿਉਂਕਿ ਸੱਚ ਦੇ ਮੂਹਰੇ ਬੋਲਿਆ ਨਹੀਂ ਜਾਂਦਾ। ਗੱਜ ਕੇ ਆਖੋ ਸਤਿ। ਇਹ ਵੀ ਅਰਥ ਮਹਾਂਪੁਰਸ਼ ਕਰਦੇ। ਰਾਏ ਬਲਵੰਡ ਜੀ ਕਹਿੰਦੇ ਗੁਰੂ ਅਰਜਨ ਜੀ ਤੁਸੀਂ ਮੈਨੂੰ ਹੁਕਮ ਕਰਤਾ ਵੱਡਿਆਂ ਦੀ ਉਸਤਤ ਕਰ, ਪਰ ਗੁਰੂ ਨਾਨਕ ਦੀ ਨਾਮ ਨਾ ਵਡਿਆਈ ਰੱਬ ਨੇ ਉੱਚੀ ਕਰ ਦਿੱਤੀ। ਮੇਰੇ ਕੋਲ ਕੋਈ ਬੋਲ ਨਹੀਂ ਹੈ, ਮੈਂ ਉਹਨਾਂ ਦੀ ਸਿਫਤ ਕਰਾਂ। ਜੇ ਗੁਨਾ ਸਤ ਭੈਣ ਭਰਾਵ ਹੈ, ਪਾਰੰਗਤ ਦਾਨ ਪੜੀ ਵਧੈ। ਇੱਥੇ ਫੇਰ ਦੇ ਪਾਠ ਹੈ, ਦੇ ਗੁਣਾ, ਪਰ ਜਦ ਅਰਥ ਕਰਨੇ ਹੈ ਦੈਵੀ ਗੁਣ। ਜੇ ਕੁਝ ਸਮਝਿਓ ਬਾਣੀ ਨੂੰ, ਦੇ ਗੁਣਾ ਨਹੀਂ ਦੈਵੀ ਗੁਣ। ਕਿਹੜੇ ਨੇ? ਸਤ ਸੰਤੋਖ ਧਰਮ ਧੀਰਜ ਵੈਰਾਗ ਖੜ ਸੰਤ। ਦੈਵੀ ਗੁਣ ਕਿਹੜੇ ਨੇ? ਕਰਨਾ ਮੈਤਰੀ ਮੁਦਤਾ ਅਪੇक्षा। ਕੋਈ ਸੰਸਕ੍ਰਿਤ ਪੜਿਆ ਸੁਣਦਾ ਹੁੰਦਾ ਬਾਹਰ। ਕਰਨਾ ਮੁਦਤਾ ਮੈਤਰੀ ਅਪੇक्षा, ਇਹ 4 ਦੈਵੀ ਗੁਣ ਨੇ। ਰਾਏ ਬਲਵੰਡ ਜੀ ਕਹਿੰਦੇ ਗੁਰੂ ਅਰਜਨ ਦੇਵ ਤੁਸੀਂ ਮੈਨੂੰ ਕਹਿੰਦੇ ਹੋ ਗੁਰੂ ਨਾਨਕ ਦੀ ਸਿਫਤ ਕਰ, ਮੇਰੇ ਕੋਲ ਬੋਲ ਨਹੀਂ। ਪਾਰੰਗਤ ਦਾਨ ਪੜੀ ਵਧੈ, ਇਹਨੂੰ ਸਮਝਿਓ। ਪਾਰੰਗਤ ਇਹ ਸੰਸਾਰ ਤੋਂ ਪਾਰ ਲੰਘਣਾ। ਪਾਰਗਤ, ਗਤ ਹੁੰਦਾ ਚਾਲ ਚੱਲਣਾ, ਲੰਘ ਜਾਣਾ। ਪੜੀ ਵਧੈ ਪ੍ਰੋਸੀਜਰ, ਸਾਧਨ, ਜਰੀਆ, ਕਿਸੇ ਜਰੀਏ ਨਾਲੇ ਲੰਘਦੇ ਨਾ। ਭਾਸ਼ਾ ਸਮਝਿਓ। ਹੇ ਗੁਰੂ ਅਰਜਨ ਦੇਵ, ਸ਼੍ਰੀ ਗੁਰੂ ਨਾਨਕ ਦੇਵ ਕਹੇ ਜੇ ਹਨ ਜਿਨ੍ਹਾਂ ਸ਼ੁਭ ਗੁਣਾਂ ਦੇ ਨਾਲ ਦੁਨੀਆ ਭਵ ਸਾਗਰ ਨੂੰ ਲੰਘਦੀ ਹੈ। ਦੇ ਗੁਣਾ ਭੈਣ ਭਰਾਵ ਹੈ, ਪਾਰੰਗਤ ਦਾਨ। ਜਿਸ ਬਖਸ਼ਿਸ਼ ਦੇ ਨਾਲ, ਸਾਧਨ ਦੇ ਨਾਲ ਦੁਨੀਆ ਸਮੁੰਦਰ ਤੋਂ ਪਾਰ ਹੁੰਦੀ ਹੈ ਨਾ, ਚੰਗੇ ਗੁਣੇ ਲੰਘਾਉਣੇ, ਉਹ ਗੁਰੂ ਨਾਨਕ ਦੇ ਭੈਣ ਭਰਾ ਨੇ। ਅੱਜ ਕੇ ਆਖੋ ਸਤਿ। ਦੇਖੋ ਕਿੰਨੀ ਵਡਿਆਈ। ਜਿਹੜੇ ਚੰਗੇ ਗੁਣ ਸੰਸਾਰ ਤੋਂ ਪਾਰ ਕਰਨ ਵਾਸਤੇ ਦਾਨ ਬਖਸ਼ਿਸ਼ ਮੰਗਦੇ ਆ, ਸ਼ੁਭ ਗੁਣ ਦੇ, ਚੰਗੇ ਕਰਮ ਦੇ ਲੰਘ ਜੀਏ, ਉਹ ਤਾਂ ਗੁਰੂ ਨਾਨਕ ਦੇ ਭੈਣ ਭਾਈ ਹੈ, ਕੋਲੇ ਹੀ ਰਹੇ ਨੇ। ਤੁਸੀਂ ਇੱਥੋਂ ਕੀ ਲੈਣਾ? ਅਰਥ ਕਰੋ ਜੋ ਮਰਜ਼ੀ, ਕਮਾਈ ਕਰੋ, ਇੰਜੀਨੀਅਰ ਬਣੋ, ਡਾਕਟਰ ਬਣੋ, ਲਾਇਰ ਬਣੋ, ਸੰਤ ਵੀ ਬਣੇ ਫਿਰੋ, ਕੋਈ ਗੱਲ ਨਹੀਂ, ਗਿਆਨੀ ਬਣੇ। ਇਹਨਾਂ ਕਿਸੇ ਚੀਜ਼ ਨੇ ਗਾਹਾਂ ਨਹੀਂ ਜਾਣਾ। ਕੀਤੇ ਹੋਏ ਗੁਣ ਔਗਣਾ ਨੇ ਗਾਹਾਂ ਜਾਣਾ ਹੈ। ਅੱਜ ਕੇ ਆਖੋ ਭੈਣ ਭਰਾ ਹੁੰਦੇ ਨੇ ਔਖੇ ਸਮੇਂ ਕੋਲ ਖੜਦੇ। ਭੈਣ ਭਰਾ ਦਾ ਹੀ ਮਤਲਬ ਜਦ ਔਖਾ ਸਮਾਂ ਪੈਣਾ, ਇਹੀ ਭੈਣ ਭਰਾ ਨੇ। ਉੱਥੇ ਇੱਥੇ ਵਾਲੇ ਨੇ ਨਾਲ ਨਹੀਂ ਜਾਣਾ। ਇੱਥੇ ਵਾਲੇ ਤਾਂ ਬਸ ਫਿਊਨਲ ਤੱਕੇ ਜਾਣੇ ਹੈ। ਅੱਜ ਕੇ ਆਖੋ ਕੋਈ ਜਾਊਗਾ ਬਸ ਸੰਸਕਾਰ ਤੱਕ। ਗੁੱਸਾ ਨਾ ਕਰਿਓ, ਮੈਂ ਵੀ ਤਾਂ ਇਹ ਜਿਹੀ ਹੈ।
ਸੰਸਕਾਰ ਤੱਕ ਵੀ ਵਧੇ ਵਧੇ ਜਾਂਦੇ। ਕੀ ਕਹਿਣਗੇ ਦੇ ਨਾਲ ਨਹੀਂ ਗਏ। ਬਾਣੀ 'ਚ ਸੁਣਿਆ ਕੀ ਲਿਖਿਆ ਇਹਨਾਂ ਰਿਸ਼ਤੇਦਾਰਾਂ ਨੂੰ? ਭੈਣ ਭਰਾ, ਘਰ ਵਾਲੀ, ਪੁੱਤ ਧੀ, ਵਿਛੜ ਗਿਆ ਬਾਪੂ, ਚਾਚਾ, ਭਾਈ, ਮੁੱਭਾ ਮਾਰ ਕੇ ਰੋਣਗੇ। ਵਿਛੋੜਾ ਦੋਨੇ ਨੂੰ। ਉਹ ਬਾਬੇ ਨਾਨਕ ਨੇ ਨਹੀਂ ਕਿਸੇ ਦੀ ਲਿਹਾਜ਼ ਕਰੀ, ਡਾਂਕਾ ਮਾਰ ਕੇ ਕਹਿ ਦਿੱਤਾ, ਰੋਵਣ ਵਾਲੇ ਚੇਤੜੇ, ਇਹ ਜਿਹੜੇ ਤੇਰੇ ਆਲੇ ਦੁਆਲੇ ਬੈਠੇ ਰੋ ਰਹੇ ਨਾ, ਤੈਨੂੰ ਪਿੱਟਦੇ ਹੈ, ਬੁੱਭਾ ਮਾਰਦੇ, ਸਭ ਬੰਨੇ ਪੰਡ ਪਰਾਲ। ਇਹਨਾਂ ਨੇ ਤੈਨੂੰ ਐ ਫੂਕਣੇ ਜਿਵੇਂ ਪਰਾਲੀ ਦੀ ਪੰਡ ਬੰਨ ਕੇ ਫੂਕੀ ਦੀ ਹੈ। ਅੱਜ ਕੇ ਆਖੋ ਸਭ ਬੰਨੇ ਪੰਡ ਪਰਾਲ। ਬੜੀਆਂ ਖਰੀਆਂ ਚੀਜ਼ਾਂ ਬਾਣੀ ਵਿੱਚ, ਪਰ ਬਹੁਤੀਆਂ ਖਰੀਆਂ ਜੇ ਤੁਹਾਨੂੰ ਸੁਣਾ ਦੋ ਨਾ, ਕਿ ਤੁਹਾਡੇ ਪਾਉਂਡ ਨਿਕਲਣ ਤੇ ਬੰਦ ਹੋ ਜਾਂਦੇ। ਇਸ ਕਰਕੇ ਔਖਾ ਹੀ ਹੈ ਸੁਣਾਉਣਾ। ਗੱਲ ਤਾਂ ਤੁਹਾਡੇ ਪਾਉਂਡਾਂ ਦੀ ਹੈ, ਖਰੇ ਕੋਠੇ ਤੇ ਇੱਥੇ ਮੈਂ ਲੈਣਾ ਕੀ ਹੈ? ਡੰਗ ਟਪਾਓ ਤੇ ਤੁਰਦੇ ਹੋ, 2 ਵੀਕ ਤੇ ਇੱਥੇ ਰਹਿਣੇ। ਤੂੰ ਵੇਖ ਵੀ ਪਾਉਂਡ ਕਿਵੇਂ ਹਿੱਲਦੇ ਨੇ, ਇਹਨੂੰ ਕੀ ਲੈਣਾ ਬਾਣੀ ਦੇ ਅਰਥ? ਗੁਰਸਿੱਖ ਪਿਆਰਿਓ, ਐਡੀ ਸਚਾਈ। ਇਹ ਜਿਹੜੇ ਭੈਣ ਭਰਾ ਨੇ ਪੰਡ ਬੰਨ ਕੇ ਤੈਨੂੰ ਐਨ ਸਾਹਮਣੇ, ਨਾਲੇ ਤੁਸੀਂ ਪੰਜਾਬ ਚੋਂ ਹੀ ਆਏ ਹੋ, ਇੱਥੇ ਤਾਂ ਕੁਝ ਹੋਰ ਸਿਸਟਮ ਹੈ। ਕਰਦੇ ਤਾਂ ਹੋਣੇ ਤੁਸੀਂ, ਮੈਂ ਤਾਂ ਕਿਤੇ ਗਿਆ ਨਹੀਂ। ਉੱਥੋਂ ਜਦੋਂ ਸੰਸਕਾਰ ਕਰਕੇ ਆਈਦਾ ਨਾ ਬਾਪੂ ਨੂੰ, ਆਉਂਦੇ ਹੋਏ 5 ਇਸ਼ਨਾਨਾਂ ਕਰਨਗੇ, ਕਿਤੇ ਬਾਪੂ ਲੱਤਾਂ ਨਾਲ ਚਿੰਬੜਿਆ ਨਾ ਰਹਿ ਜਾਵੇ। ਵਾਹ ਤੁਹਾਡੇ ਪੁੱਤ, ਵਾਹ ਤੁਹਾਡੇ ਭੈਣ ਭਾਈ। ਇਹ ਭੈਣ ਭਰਾ ਕੋਈ ਨਿੰਮ ਚੱਬਦੇ ਨੇ, ਕੁੜੀਆਂ ਕਰਦੀਆਂ, ਕਿਤੇ ਦੰਦਾਂ 'ਚ ਫਸਿਆ ਨਾ ਰਹਿ ਜਾਵੇ। ਆ ਰਿਸ਼ਤੇਦਾਰੀ ਆਪਣੀ ਕਰ ਕੀ ਨਾਰ ਬਹੁਤ ਜਜਾਸਿਓ, ਸਦਾ ਰਹਿਤ ਸੰਗ ਲਾਗੀ, ਜਬ ਹੀ ਹੰਸ ਤਜੀਏ ਕਾਇਆ, ਪ੍ਰੇਤ ਪ੍ਰੇਤ ਕਰ। ਸੁਣੋ ਭੈਣ ਭਰਾ ਕੌਣ ਹੈ ਤੁਹਾਡੇ? ਦੈਵੀ ਗੁਣ ਦੇ ਗੁਣਾ ਭੈਣ ਭਰਾਵ ਹੈ, ਜਿਹੜੇ ਚੰਗੇ ਕਰਮ ਇੱਥੇ ਕਰਕੇ ਜਾਵੇਗਾ, ਸ਼ੁਭ ਗੁਣ ਖੱਟ ਕੇ ਜਾਵੇਗਾ। ਜਿਵੇਂ ਇੱਥੇ ਭੈਣ ਭਰਾ ਖੜਦੇ ਨਾ ਦੁੱਖ ਸੁੱਖ ਵਿੱਚ, ਉੱਥੇ ਤੇਰੇ ਗੁਣ ਖੜਨਗੇ ਕਚਹਿਰੀ ਦੇ। ਪੜੋ ਬਾਣੀ ਵਿੱਚੋਂ, ਫਰੀਦਾ ਅਮਲ ਜੇ ਕੀਤੇ ਦੁਨੀ ਵਿੱਚ, ਸੇ ਦਰ ਗਏ ਹੋਗਾ। ਕੋਈ ਭੈਣ ਭਾਈ ਗਵਾਹੀ ਦਊਗਾ ਉੱਥੇ? ਦਵੇ ਤਾਂ ਜੇ ਕੋਲ ਹੋਵੇ, ਉੱਥੇ ਤਾਂ ਹੋਣਾ ਹੀ ਨਹੀਂ। ਗਵਾਹੀ ਉਸੇ ਦੀ ਜਿਹੜਾ ਕਚਹਿਰੀ 'ਚ ਖੜਾ ਹੋਵੇ। ਟੈਲੀਫੋਨਾਂ ਤੇ ਗਵਾਹੀ ਕਿਤੇ ਹੋ ਸਕਦੀ? ਨਾ ਨਾ, ਖੜਾ ਕੇ ਗਵਾਹੀ ਜੱਜ ਦੇ ਸਾਹਮਣੇ, ਉੱਥੇ ਹੋਣਾ ਹੀ ਨਹੀਂ। ਤਾਂ ਹੀ ਫਰੀਦ ਜੀ ਨੂੰ ਲਿਖਣਾ ਪਿਆ, ਸਾਡੇ ਤ੍ਰੈਮਣ ਦੇਹੋਰੀ ਚੱਲੇ ਪਾਣੀ ਅੰਨ, ਆਇਓ ਬੰਦਾ ਦੁਨੀ ਵਿੱਚ ਵਤਾ ਸੋਹਣੀ ਬਨ, ਮਲਕਲ ਮੌਤ ਜਾਂ ਆਪ ਸੀ ਸਭ ਦਰਵਾਜੇ ਪਰ। ਇੰਨਾ ਪਿਆਰਿਆਂ ਭਾਈਆਂ ਅੱਗੇ ਦਿੱਤਾ ਬਨ, ਅੱਗੇ ਉਹਨੂੰ ਗਾਹਾਂ ਤੋਰਦੇ ਉਹਨੇ ਮੂਹਰੇ, ਵੀ ਕਿਤੇ ਪਿੱਛੇ ਤੋਰ ਤਾਂ ਮੁੜ ਨਾ ਜਾਵੇ। ਲਿਖਿਆ ਕੋਈ ਸਤ ਅੱਗੇ, ਸਾਰੇ ਤੇ ਮੂਹਰੇ ਲਾਉਨੇ ਉਹਨੂੰ, ਅੱਗੇ ਦਿੱਤਾ ਬਨ। ਵੇਖੋ ਬੰਦਾ ਚੱਲਿਆ 4 ਜਣਿਆਂ ਦੇ ਕੰਨ, 4 ਜਣਿਆਂ ਦੇ ਕੰਧੇ ਤੇ। ਕਿਤੇ ਅੰਗਰੇਜ਼ੀ ਵਾਲਿਓ ਅੰਗਰੇਜ਼ੀ ਪੜ੍ਹੇ, ਗੱਲ ਤਾਂ ਅਰਥ ਨਾ ਕਰ ਲਿਓ। ਮਹਾਰਾਜ ਨੇ ਕੰਨੇ ਤੇ ਲਿਖਿਆ, ਇੱਥੇ ਤਾਂ ਕਾਰਾਂ 'ਚ ਜਾਂਦੇ, ਕਾਰ ਦੇ ਵਿਚਾਰੇ ਟਾਇਰ ਹੋਣੇ, ਲਿਖਿਆ ਕੋਈ ਸਤਨਾ, ਉਹ ਵੀ 4 ਟਾਇਰਾਂ ਤੇ ਤੁਰਦੀ। 4 ਜਣਿਆਂ ਦੇ ਕੰਨ, ਫਰੀਦਾ ਅਮਲ ਜੇ ਕੀਤੇ ਦੁਨੀ ਵਿੱਚ ਦਰ ਗਏ ਆਏ। ਤੁਹਾਡੇ ਘਰ ਪੁੱਤ ਜੰਮਿਆ ਹੋਵੇ, ਮੁੰਡੇ ਦਾ ਵਿਆਹ ਹੋਵੇ, ਕੋਠੀ ਦੀ ਛਟੀ ਹੋਵੇ, ਬੇਬੇ ਬਾਪੂ ਚੜ੍ਹਾਈ ਕਰ ਗਏ ਹੋਣ, ਕੋਈ ਵਿਛੋੜਾ ਪੈ ਗਿਆ ਹੋਵੇ, ਅਤੀ ਦੁੱਖ ਹੋਵੇ, ਸਮਾਪਤੀ ਕਦ ਹੋਣੀ ਹੈ ਦੀਵਾਨ ਦੀ? ਸਾਰੀ ਸਮਾਪਤੀ ਕਦ ਹੋਏਗੀ? ਜਦ ਸ਼ਲੋਕ ਪੜੇਗਾ ਪਾਵਨ ਗੁਰੂ। ਮੁੰਡੇ ਦੇ ਵਿਆਹ ਨੂੰ ਵੀ, ਬਾਪੂ ਦੇ ਮਰੇ ਨੂੰ ਵੀ ਇੱਕੋ ਸ਼ਲੋਕ।
ਦੋਹਾਂ ਹਾਲਤਾਂ ਵਿੱਚ ਤੈਨੂੰ ਯਾਦ ਰਵੇ, ਚੰਗਿਆਈਆਂ ਬੁਰਿਆਈਆਂ ਬਚ। ਇਹ ਸ਼ਲੋਕ ਐਵੇਂ ਨਹੀਂ ਪੜਿਆ ਜਾਂਦਾ। ਇਹ ਗੱਲ ਤੈਨੂੰ ਯਾਦ ਰਖਾਉਣ ਖਾਤਰ, ਚਾਹੇ ਸੁਖ ਹੈ ਦੁੱਖ ਹੈ, ਚਾਹੇ ਜਨ ਚੜਨੀ ਹੈ ਚਾਹੇ ਜਨਾਜ਼ਾ ਨਿਕਲਣਾ, ਸ਼ਲੋਕ ਇਹੀ ਪੜਿਆ ਜਾਊਗਾ, ਤੈਨੂੰ ਯਾਦ ਰਵੇ। ਉਥੇ ਕਰਮੀ ਆਪੋ ਆਪਣੀ ਇਹ ਨੇੜੇ। ਇੱਥੇ ਰਾਏ ਬਲਵੰਡ ਜੀ ਕਹਿ ਰਹੇ ਨੇ, ਇਹ ਸਤਿਗੁਰੂ ਨਾਨਕ, ਜਿਨ੍ਹਾਂ ਸ਼ੁਭ ਗੁਣਾਂ ਦੇ ਨਾਲ ਬੰਦਾ ਰੱਬ ਤੋਂ ਦਾਨ ਮੰਗਦਾ ਹੈ, ਬਖਸ਼ਿਸ਼ ਮੰਗਦਾ ਹੈ, ਇਹਨੂੰ ਪਾਰੰਗਤ ਨਾ ਤਰਨ ਵਾਲਾ ਨਾ ਲੰਘਣ ਵਾਲਾ ਸਾਗਰ ਲੰਘ ਜਾਵਾਂ ਮੈਂ, ਉਹ ਗੁਰੂ ਨਾਨਕ ਦੇ ਭੈਣ ਭਰਾ ਨੇ। ਉਹ ਤੇ 24 ਘੰਟੇ ਗੁਰੂ ਨਾਨਕ ਦੇ ਨਾਲ ਵਸਦੇ ਹਨ। ਨਾਨਕ ਰਾਜ ਚਲਾਇਆ, ਸਚ ਕੋਟ ਸਤਾਣੀ ਨੀਵ ਦੈ। ਹਾਂ, ਕੈਸੇ ਰਾਏ ਬਲਵੰਡ ਜੀ ਬਚਨ ਵਰਤ ਰਹੇ ਨੇ? ਨਾਨਕ ਰਾਜ ਚਲਾਇਆ। ਕੀ ਐਮਪੀਆਂ ਦੀ ਮੈਜੋਰਟੀ ਨਾਲ, ਐਮਐਲਏ ਦੀ ਮੈਜੋਰਟੀ ਨਾਲ? ਇੱਥੇ ਪ੍ਰਾਈਮ ਮਿਨਿਸਟਰ ਬਣਦਾ ਜਿਹਦੇ ਐਮਪੀ ਜ਼ਿਆਦੇ ਨੇ, ਵੋਟਾਂ ਜ਼ਿਆਦੇ ਨੇ, ਚੀਫ ਮਿਨਿਸਟਰ ਉਹੀ ਬਣੂਗਾ, ਰਾਸ਼ਟਰਪਤੀ ਉਹੀ ਬਣਿਆ ਨਾ, ਹੁਣ ਵੋਟਾਂ 2% ਜਿੱਤ ਗਿਆ। ਪਰ ਗੁਰੂ ਨਾਨਕ ਨੇ ਰਾਜ ਕਾਹਦਾ ਚਲਾਇਆ? ਨਾਨਕ ਰਾਜ ਚਲਾਇਆ ਸੱਚ ਕੋਟ, ਸੱਚ ਦਾ ਕਿਲਾ ਬਣਾਇਆ। ਅਜ ਕੇ ਆਖੋ ਸਤਿਨਾਮ। ਸੱਚ ਕੋਟ ਹੈ ਕਿਸੇ ਰਾਜੇ ਦਾ ਸੱਚਾ ਕਿਲਾ? 2-4 ਸਾਲ 20 ਸਾਲ ਰਹਿ ਜਾਣੇ। ਇੱਥੇ ਦੇ ਰਾਜਿਆਂ ਦੀ ਗੱਲ ਛੱਡੋ। ਇੰਦਰਪੁਰੀ ਮੈਂ ਸਰਪੁਰ ਮਰਨਾ, ਬ੍ਰਹਮਪੁਰੀ ਨਹੀਂ ਚਲਣੀ ਰਹਿਣਾ, शिवपुरी का होएगा काला, त्रैगुण माया बेन सबताला। इत्थे दे राज कादे? इंद्रपुरी ने भी एक दिन टह जाना, ब्रह्मपुरी ने भी टह जाना। एक गुरु नानक दा राज क्यों कहमें? उन्हें किला ही सच दा बढ़ाया, नी कादी रखी? सच कोट सताणी नीव दे, नींद दी कादी नींद दी? सारा मकान नींद ते ही डिपेंड करता हो। सत आनी जिन्ना भी सेवा सिमरन दा जोर सी, सत्या सी, शक्ति सी, वो सारी आ सिखी दे महल दे नींह विच रख दती। अज के आखो कारीगर कहने होने सब तो वध खर्च नींह ते कर दो, डूंगी पक्का जकड़ लाओ। कबीर साहब नूं बनारस दा राजा कहंदा मैं महल बनाउणे नवां, नींह तुहातों रखाउणी। बनारस दा राजा कबीर साहब ने समा दे दिता, वो तो समय सिर चले गए। हुण राजियां दा काम नहीं पट्टे ना होइए जी। राजा कहना महाराज मैं खिमा दा जा चुका, 10 मिनट तुसी बैठो राजो, नी डूंगी पट ली, नी डूंगी अजे पूरी पट नहीं हुई। कबीर साहब कहते पट ले। शब्द की उचारे? राखो कंध उसारो नीवा। तुसी सब यही रह दोगे, नी नीवी रखो। जिन्नी नीवी रखी कहते हो इस महल की नींह नूं कहने नीवी रखा, डूंगी रखा। 3.5 हथ तेरी सीमा, तेरे शरीर की कंध 3.5 हथ धरती तो उपर तुरी फिरती है, नी 1 इंच ही नहीं। अज के आखो सत। अच्छा की नहीं फिरते कंध रेते दी, नी है ही नहीं। यही तो कारण है, फिर सेकंड भी नहीं लगता। अज के आखो सत। नी कोई होवे गिरदा गिरदा कमरा देर लाऊ ना, 1 इंच भी नहीं अपनी। 3.5 हथ तेरी सी, गुरु नानक ने नहीं रखी। सच दा किला सत्य, शुभ कर्म
ਸੇਵਾ ਸਿਮਰਨ। ਤਾਂ ਹੀ ਕੱਲ ਤੁਹਾਨੂੰ ਸੁਣਾਇਆ ਸੀ ਨਾ, ਨੀਂਹ ਰੱਖੀ ਹਰਿਮੰਦਰ ਸਾਹਿਬ ਦੀ। ਗੁਰੂ ਅਰਜਨ ਬਾਬਾ ਬੁੱਢਾ ਸਾਹਿਬ ਨੂੰ ਕਹਿੰਦੇ ਸੰਤੋਖ ਸਰ ਦੀ ਮਿੱਟੀ ਲਿਆਓ ਪੱਟ ਕੇ। ਕੱਲ ਕਿਹਾ ਸੀ ਬਾਬਾ ਬੁੱਢਾ ਜੀ ਕਹਿੰਦੇ ਸੰਤੋਖ ਸਰ ਦੀ ਮਿੱਟੀ ਇੱਥੇ ਕੀ ਕਰਨੀ, ਨੀਂਹ ਤਾਂ ਹਰਿਮੰਦਰ ਦੀ ਰੱਖਣੀ। ਸਤਿਗੁਰ ਕਹਿੰਦੇ ਲਿਆਓ। ਕਿਉਂ? ਇਹ ਹਰੀ ਦਾ ਮੰਦਰ ਬਣਨਾ, ਇਹਦੀ ਨੀਂਹ ਸੰਤੋਖ ਤੇ ਹੀ ਖੜੂਗੀ। ਹਰਿਮੰਦਰ ਸਾਹਿਬ ਦੀਆਂ ਨੀਹਾਂ ਵਿੱਚ ਸੰਤੋਖ ਸਰ ਦੀ ਮਿੱਟੀ ਪਾਈ ਗਈ ਸੀ, ਤਾਂ ਮਾਈਆਂ ਮੀਰ ਤੋਂ ਨੀਂਹ ਰਖਾਈ ਸੀ। ਧਰਮ ਸੰਤੋਖ ਤੋਂ ਬਿਨਾਂ ਚੱਲਣਾ ਨਹੀਂ। ਸਤ ਜੁਗ ਰਥ ਸੰਤੋਖ ਕਾ, ਧਰਮ ਅਗੇ ਰਥੁਆ। ਸੰਤੋਖ ਤੋਂ ਬਿਨਾਂ ਧਰਮ ਨੇੜੇ ਵੀ ਨਹੀਂ ਆਊਗਾ ਤੁਹਾਡੇ। ਗੁਰਮੁਖ ਪਿਆਰਿਓ, ਗੁਰੂ ਨਾਨਕ ਨੇ ਰਾਜ ਦੀ ਨੀਂਹ ਰੱਖੀ। ਕਿਹੜਾ ਕਿਲਾ ਬਣਾਇਆ? ਸ਼ੰਖ ਮਰਮਰ ਦਾ ਨਹੀਂ, 4-4 ਗਜ ਪੌੜੀ। ਆ ਤੁਹਾਡੇ ਇੱਥੇ ਹੀ ਹੈ, ਜਰਮਨ ਵਾਲਿਆਂ ਨੇ ਢਾਇਆ ਨਹੀਂ ਕਿਲਾ। ਖੰਡਰਾਜ ਜੇ ਖੜੇ ਜਿੱਥੇ ਹੁਣ ਜੂ ਬਣਿਆ ਵਾ, ਕਿੰਨਾ ਕੁ ਖੜਾ ਰਹਿ ਗਿਆ? ਇੱਕ ਬੰਬ ਗਿਆ ਪਿਆ ਤੇ ਖਤਮ। ਜਮਰਾਉਦ ਦਾ ਕਿਲਾ ਵੇਖੋ, ਸਿੰਘਾਂ ਨੇ ਕਿਵੇਂ ਐਡਾ ਪੱਕਾ। ਇਹ ਕਿਲੇ ਢਹਿ ਜਾਂਦੇ ਨੇ। ਗੁਰੂ ਨਾਨਕ ਨੇ ਸੱਚ ਦਾ ਕਿਲਾ ਖੜਾ ਕਰਿਆ, ਰਹਿੰਦੀ ਦੁਨੀਆ ਤੱਕ ਢਹੂਗਾ ਨਹੀਂ। ਅੱਜ ਕੇ ਆਖੋ ਸਤਾਣੀ ਨੀਵ, ਸੱਚੀਆਂ ਗੱਲਾਂ, ਸਿਮਰਨ ਸੇਵਾ ਹਰ ਉਪਕਾਰ। ਸੱਚੀਆਂ ਗੱਲਾਂ ਮੂੰਹ ਤੋਂ ਹੀ ਨਹੀਂ ਹੋਣੀਆਂ, ਕਿਤੇ ਕਹੋ ਮੂੰਹ ਤੋਂ ਬੋਲ ਕੇ ਨਹੀਂ। ਸੁਣ ਲਓ ਗੁਰੂ ਅਰਜਨ ਦੀ ਬਾਣੀ, ਸੱਚੀਆਂ ਗੱਲਾਂ ਮਿਥਿਆ ਨਹੀਂ ਰਸਨਾ ਪਰਸ। ਇਹ ਜੀਭਾ ਦਾ ਸੱਚ ਹੈ, ਝੂਠ ਨਹੀਂ ਬੋਲਣਾ। ਅੱਖਾਂ ਦਾ ਸੱਚ, ਕੰਨਾਂ ਦਾ ਸੱਚ ਕੀ ਹੈ? ਮਿਥਿਆ ਨਹੀਂ ਰਸਨਾ। ਮਨ ਮੈਂ ਪ੍ਰੀਤ ਨਿਰੰਜਨ ਦਸ। ਮਨ ਦਾ ਸੱਚ ਇੱਕ ਵਾਹਿਗੁਰੂ ਦਾ ਪ੍ਰੇਮ ਵਿੱਚ ਹੋਵੇ। ਅੱਜ ਕੇ ਆਖੋ ਸੱਚ। ਇਹ ਮਨ ਦੀ ਸੱਚਾਈ, ਬਾਕੀ ਪ੍ਰੇਮ ਝੂਠੇ। ਮਨ ਮੈਂ ਪ੍ਰੀਤ ਨਿਰੰਜਨ। ਅੱਖਾਂ ਦਾ ਸੱਚ ਕੀ ਹੈ? ਅੱਖਾਂ ਨੇ ਬੋਲਣਾ ਤਾਂ ਹੈ ਨਹੀਂ। ਕੀ ਸੱਚ ਹੈ? ਪਰ ਤੇਰਿਆ ਰੂਪ ਨਾ ਪੇਖੈ ਨਿਤ। ਇਹ ਅੱਖਾਂ ਦੀ ਸੱਚਾਈ। ਇੱਥੇ ਇੱਕ ਟੈਕਨੀਕਲ ਪੁਆਇੰਟ ਹੈ। ਅੱਖਾਂ ਨੂੰ ਤੁਸੀਂ ਰੋਕ ਸਕਦੇ ਬੀਬੀਆਂ ਨੂੰ ਦੇਖਣ ਤੋਂ? ਜਿਹੜੀ ਭੈਣ ਬੀਬੀ ਸਾਹਮਣੇ ਆ ਗਈ ਦਿਖ ਜਾਣੀ, ਕੀ ਬੰਦ ਕਰ ਲਓਗੇ ਅੱਖਾਂ? ਇੱਥੇ ਬਹੁਤ ਗੰਭੀਰ ਸ਼ਬਦ ਮਹਾਰਾਜ ਨੇ ਦੇਖਣ ਤੋਂ ਨਹੀਂ ਹਟਾਇਆ, ਕਿਉਂਕਿ ਦੇਖਣ ਤੋਂ ਘਾਟ ਹੀ ਨਹੀਂ ਸਕਦੀ। ਗੰਦੀ ਤੋਂ ਗੰਦੀ ਚੀਜ਼ ਸਾਹਮਣੇ ਆ ਜੇ ਉਹਨੂੰ ਵੀ ਦੇਖ ਲੈਣਗੀਆਂ, ਚੰਗੀ ਤੋਂ ਚੰਗੀ ਆ ਜੇ ਉਹਨੂੰ ਵੀ ਦੇਖ ਲੈਣਗੀਆਂ। ਗੁਣ ਇਹਨਾਂ ਦਾ, ਜੋ ਧੀ ਭੈਣ ਸਾਹਮਣੇ ਆ ਗਈ ਅੱਖਾਂ ਨੇ ਦੇਖ ਲੈਣੀ। ਸਤਿਗੁਰ ਕਹਿੰਦੇ ਦੇਖਣ ਤੋਂ ਨਹੀਂ ਤੈਨੂੰ ਹਟਾਉਂਦੇ, ਪਰ ਉਸ ਧੀ ਭੈਣ ਦਾ ਰੂਪ ਨਹੀਂ ਦੇਖਣਾ। ਅੱਜ ਕੇ ਆਖੋ ਸਭ ਬਹੁਤ ਗੰਭੀਰ ਹੈ। ਧੀਆਂ ਭੈਣਾਂ ਨੂੰ ਵੇਖ, ਪਰ ਵੇਖ ਕੇ ਤੇਰੇ ਅੰਦਰ ਰੂਪ ਦੀ ਲਸ਼ਕ ਨਾ ਪਵੇ। ਇਹਦਾ ਰੂਪ ਕਿਹੋ? ਪਰ ਤੇਰਾ ਰੂਪ ਨਾ ਵੇਖੈ ਨਿਤ। ਬਾਕੀ ਤਾਂ ਦੇਖਣ ਨੂੰ ਹੀ ਦਿੱਤੀਆਂ ਅੱਖਾਂ, ਦਿੱਤੀਆਂ ਕਾਹਤੇ? ਇਹ ਨਹੀਂ ਮਨ ਵਿੱਚ ਲਿਆਉਣਾ ਇਸ ਭੈਣ ਦਾ ਰੂਪ ਕਿਹੋ ਜਿਹਾ, ਉਹ ਨਹੀਂ ਦੇਖ। ਇਹ ਅੱਖਾਂ ਦਾ ਸੱਚ ਹੈ। ਸਾਧ ਕੀ ਟਹਿਲ ਸੰਤ ਸੰਗ ਹੈ। ਬੜਾ ਗੰਭੀਰ ਅਰਥ ਹੈ। ਸੁਖਮਨੀ ਨੂੰ ਤੁਸੀਂ ਸਖਾਲੀ ਕਹਿ ਦਿੰਦੇ ਹੋ। ਸਮੁੰਦਰ ਉੱਚੋਂ ਹੀ ਦਿਖਦਾ ਹੈ, ਲਹਿਰਾਂ ਬੜੀਆਂ ਸੋਹਣੀਆਂ, ਹਵਾ ਬੜੀ ਸੋਹਣੀ ਹੈ, ਬੜੇ ਸੁੰਦਰ ਦ੍ਰਿਸ਼ ਨੇ, ਪਰ ਕਿਤੇ ਛਾਲ ਮਾਰ ਕੇ ਦੇਖ ਫੇਰ ਪਤਾ ਲੱਗੂ ਕਿ ਆ ਹੁੰਦਾ ਹੈ। ਅੱਜ ਕਿ ਕੁਛ ਕਿਤੇ ਵਿੱਚ ਉਤਰ ਕੇ ਦੇਖ ਤੈਨੂੰ ਪਤਾ ਲੱਗੇ। ਉਹ ਤੁਹਾਡਾ ਤਾਂ ਫਾਰਮੂਲਾ ਹੀ ਹੋ ਰਿਹਾ। ਇੱਥੇ ਵੀ ਬੈਠੇ ਹੋਣੇ ਕਈ ਜਿਹੜੇ ਸਵੇਰੇ ਸਮੁੰਦਰ ਤੇ ਸੈਰ ਕਰਨ ਜਾਂਦੇ ਹੋਣੇ, ਨਹਿਰਾਂ ਤੇ ਜਾਂਦੇ ਨੇ। ਘਰ ਵਾਲੀ ਨੂੰ ਆ ਕੇ ਕਹੂਗਾ ਮੈਂ 8 ਮੀਲ ਸਮੁੰਦਰ ਤੇ ਨਹਿਰ ਤੇ ਸੈਰ ਕਰਕੇ ਆਇਆ, 6 ਮੀਲ ਨਹਿਰ ਤੇ। ਭਾਈ ਕਿਉਂ ਝੂਠ ਬੋਲਣ ਦੇ? ਤੂੰ ਤਾਂ ਨਹਿਰ ਦੀ ਪਟੜੀ ਤੇ ਤੁਰੇ ਹੈ,
कहना मैं नहर से सैर करके नहर से तो जाना जे बिच छाल मारदा खोसा देना तू तो सुखी जगह तुरे सुखी जगह कितने नहर होंगी है वो तो कंढा है वो तो पटड़ी है नहर पानी हुंदा है नहर सुखी धरती नहीं होंगी कदे समुद्र पानी हुंदा उहदा कंढा समुद्र नहीं हुंदा वो तो सुखा किते बीच उतर तेनू पता लगे की शहर होंदी है दुख ना मनायो हुण ऐसी गुरु ग्रंथ साहब विच उतरे नहीं उते उते शहर बड़ा कट होया जी फलाने गुरुद्वारे फलाना बाबा आया जी तिल सीटन नूं जगह नहीं रही तिल सीटन नूं जगह नहीं रही जगह तिल सीटन नूं नहीं रही तेरे अंदर जेड़े पत्थर 4-4 कुंटल दे पे ओ नाले चक्की फिरदे जगह दे तिल टुकी उतरो इहदे विच डूंघे उतरो की बचन करदे ने महाराज राय बलवंड जी दे गुण सत भैन भरा बगे पारंगत दान पड़ीव दे नानक राज चलाया केड़ा राज जिस राज दा किला सच दा सच सच कोट सतानी नीव दे जे नी रखनी है सच दे किले दी तां संतोख धर्म धीरज वैराग सेवा सिमरन अखां दा सच इन्हां नाल देख जग नूं पर देख रब दा रूप ये भी संसार तुम देख दे कन्ना दा सच की है करन न सुने काहू की निंदा सुनन तो बंद नहीं कराया सुनन नूं तां लाए ने पर कन सच्चे हो जाणगे जे तू निंदिया सुनन तो करन न सुने काहू की नहीं जे सुनना है एक चीज सुन लियो हुण जे कन्ना नाल सुनना पर सुनी सुननी नहीं औखा कर जे कन्ना नाल सुनने ये सुनिया करो तू बहुत माड़ा है अज के आखो सब ते जाने आपस को हैंगे तैयार सुन नूं कि बरमिंघम विच तेरे नाल माड़ा ही कोई नहीं थोड़े कन किते सुनणगे तू तो चोर है तू तो ठग है और तुहाडा बापू कह रहा है गुरु नानक मीटर पा के रखो जेब दे विच कि हम नहीं चंगे बुरा नहीं इत्थे आ जाओ करन न सुने काहू की नहीं होर दी नहीं सुननी गुरु अर्जन कहता अपनी सुन लिया कर अज के आखो काहू की कहा तेरी नहीं कहा भी तू अपनी नहीं सुननी बड़ी डूंघाई है बड़ी होर दी नहीं सुननी अपनी सुन कबीर ने ताही लिखता निंदो निंदो मोको लोग निंदो निंदा जन को खरी प्यारी निंदा बाप निंदा मैं ਉਹਦੇ ਚੇਲੇ ਝਟੜੇ ਤੇ ਨਾ ਉਹ ਡਾਂਗਾ ਚੱਕੀ ਫਿਰ ਕਹਿੰਦੇ ਬਹੁਤ ਮਾੜਾ ਬੋਲਦਾ ਤੁਹਾਨੂੰ ਬਨਾਰਸ ਵਿੱਚ ਇਹਨੂੰ ਖਤਮ ਕਰ ਦੇਣਾ ਉਹਦੇ ਘਰ ਵੀ ਜਾਇਆ ਏ ਕਹਿੰਦੇ ਹਟ ਜਾ ਨਹੀਂ ਤੈਨੂੰ ਮਾਰ ਦੇਂਗੇ ਕਬੀਰ ਸਾਹਿਬ ਨੂੰ ਲੱਗ ਗਿਆ ਪਤਾ ਕਬੀਰ ਸਾਹਿਬ ਕਹਿੰਦੇ ਉਹ ਮੇਰਾ ਨਿੰਦਕ ਨਹੀਂ ਜਿਹੜਾ ਨਿੰਦਾ ਕਰਦਾ ਬਾਣੀ ਉਹ ਨਿੰਦਕ ਨਹੀਂ ਹੈ चेले चढ़े कहने निंदक है कौन फिर शरेआम तो बाजारों च करता थोड़ी निंदा कबीर साहब कहते वो नहीं निंदक सो जो निंदा हो रहे नहीं हो रहे होर शब्द है संस्कृत दा होड़ जिन्हों महाराज ने बख्श बाणी विच आखे है गई बहोड़ रोकना पंजाबी बोला मैसा चारियां होनियां मेरे हाल ने होड़ा लाउना मोड़ के लिया अज के आखो आ गई होनी आदत तुझी चारो ना चारो थोड़े बापू नानक ने चारियां अज के आखो होड़ना मोड़ना नामे के स्वामी सी बहोरी बहोड़ी गई हुई माता मोड़ के लियांदी बहोरी संस्कृत दा शब्द कबीर साहब कहंदे
ਮੇਰੀ ਨਿੰਦਿਆ ਕਰਨ ਵਾਲਾ ਨਿੰਦਕ ਨਹੀਂ, ਨਿੰਦਕ ਤੁਸੀਂ ਹੋ ਜਿਹੜੇ ਕਰਨ ਤੋਂ ਹਟਾਉਂਦੇ ਹੋ। ਨਿੰਦਕ ਸੋ ਜੋ ਨਿੰਦਾ ਹੋ ਰਿਹਾ, ਜਿਹੜਾ ਉਹਨੂੰ ਹਟਾਉਂਦਾ ਹੈ ਨਾ ਕਰ, ਉਹ ਮੇਰਾ ਨਿੰਦਕ। ਐਸੀ ਬਿਰਤੀ ਬਣਾਓ ਕਦੇ ਕਰਨ ਨਾ ਸੁਣੇ ਕਾਹੂ ਕੀ ਨਿੰਦਾ, ਦੂਜੇ ਦੀ ਨਹੀਂ ਸੁਣਨੀ। ਗੁਰੂ ਅਰਜਨ ਕਹਿੰਦਾ ਆਪਣੀ ਸੁਣਿਆ ਕਰ, ਕਿਉਂ ਫਾਇਦਾ ਕੀ ਹੋ, ਉਸ ਮੈਲ ਉਤਰ ਜੂਗੀ ਅੱਜ ਕੇ ਆਖੋ। ਨਿੰਦਕ ਹਮਰੇ ਕੱਪੜੇ, ਹਮ ਨਹੀਂ ਚੰਗੇ, ਇਹ ਕਰਨਾ ਦਾ ਕੰਨਾਂ ਦਾ ਸੱਚ ਹੈ। ਸਭ ਤੇ ਜਾਣੇ ਆਪਸ ਕੋ। ਕ੍ਰਿਸ਼ਨ ਭਗਵਾਨ ਬੈਠੇ ਸੀ ਦਵਾਰਕਾ ਚ, ਸੇਵਕ ਨੂੰ ਕਹਿੰਦੇ ਦੁਰਯੋਧਨ ਨੂੰ ਬੁਲਾ ਕੇ ਲੈ। ਇੱਕ ਦੂਜੇ ਸੇਵਕ ਨੂੰ ਕਹਿੰਦੇ ਯੁਧਿਸ਼ਠਿਰ ਨੂੰ ਬੁਲਾ ਕੇ ਲੈ। ਸੰਗਤ ਹੈਰਾਨ ਕਿ ਕ੍ਰਿਸ਼ਨ ਕਰਦਾ ਕੀ ਅੱਜ, ਇਹ ਨੈਗੇਟਿਵ ਪੋਜ਼ਿਟਿਵ ਦੋਵੇਂ ਇਕੱਠੇ ਕਰ ਦੇਣੇ ਆ ਅੱਜ ਕੋ ਸਤਨਾਮ। ਕਿੱਥੇ ਦੁਰਯੋਧਨ ਕਿੱਥੇ ਯੁਧਿਸ਼ਠਿਰ, ਤੇ ਨੈਗੇਟਿਵ ਪੋਜ਼ਿਟਿਵ ਪੜਾਖਾ ਪਊਗਾ। ਬੁਲਾ ਲਿਆਂਦੇ। ਦੁਰਯੋਧਨ ਕਹਿੰਦਾ ਜੀ ਮੈਨੂੰ ਬੁਲਾਇਆ। ਕਹਿੰਦੇ ਦੁਰਯੋਧਨ ਸ਼ਾਮ ਤੱਕ ਜਾ ਕਿਤੇ ਇੱਕ ਚੰਗਾ ਬੰਦਾ ਟੋਲ ਕੇ ਲਿਆ, ਮੈਨੂੰ ਲੋੜ ਚੰਗਾ। ਕਹਿੰਦਾ ਲਿਆਉਣਾ। ਯੁਧਿਸ਼ਠਿਰ ਕਹਿੰਦਾ ਜੀ ਮੈਨੂੰ ਕੀ ਹੁਕਮ ਹੈ। ਕਹਿੰਦੇ ਤੂੰ ਇੱਕ ਮਾੜਾ ਬੰਦਾ ਟੋਲ ਕੇ ਲੈ। ਮਾੜਾ। ਕਹਿੰਦਾ ਜੀ ਲੈ। ਦੋਏ ਚਲੇ ਗਏ, ਸਾਂਝ ਨੂੰ ਆ ਗਏ। ਦੁਰਯੋਧਨ ਨੂੰ ਕਹਿੰਦੇ ਹੋ ਤੂੰ ਇਕੱਲਾ ਹੀ ਆਇਆ, ਤੈਨੂੰ ਕਿਹਾ ਸੀ ਚੰਗਾ ਬੰਦਾ ਟੋਲ ਕੇ ਲਿਆ, ਮੈਨੂੰ ਲੋੜ। ਦੁਰਯੋਧਨ ਕਹਿੰਦਾ ਕ੍ਰਿਸ਼ਨ ਜੀ ਟੋਲਣ ਦੀ ਲੋੜ ਹੀ ਨਹੀਂ, ਸਭ ਤੋਂ ਚੰਗਾ ਮੈਂ ਤੁਹਾਡੇ ਸਾਹਮਣੇ ਖੜਾ ਤਾਂ ਹੈ ਅੱਜ ਖੇਆ ਖੁਦ ਸਾਥ ਐਵੇਂ ਟੋਲਦਾ ਫਿਰਦਾ, ਮੈਂ ਹੈ ਤਾਂ ਸਹੀ। ਯੁਧਿਸ਼ਠਿਰ ਨੂੰ ਕਹਿੰਦੇ ਤੈਨੂੰ ਕਿਹਾ ਸੀ ਪਾਪੀ ਟੋਲ ਕੇ ਲੈ, ਮਾੜਾ ਟੋਲ ਕੇ ਤੂੰ ਗੱਲੇ ਕਰ। ਕਹਿੰਦਾ ਮਹਾਰਾਜ ਲੋੜ ਹੀ ਨਹੀਂ, ਸਾਰਿਆਂ ਤੇ ਮਾੜਾ ਮੈਂ ਤੁਹਾਡੇ ਸਾਹਮਣੇ ਖੜਾ ਤਾਂ। ਫਾਰਮੂਲਾ ਲੈ ਜਾਓ ਕਰ ਨੂੰ। ਜਿੱਦਣ ਤੁਹਾਡੇ ਮਨ ਵਿੱਚ ਇਹ ਗੱਲ ਆ ਗਈ ਕਿ ਮੈਂ ਸਭ ਤੋਂ ਮਾੜਾ ਮੈਂ, ਦੁਨੀਆ ਵਿੱਚ ਮਾੜਾ ਰਹਿਣਾ ਹੀ ਕੋਈ ਨਹੀਂ। ਅੱਜ ਕੇ ਆਖੋ ਇਹ ਦੁਨੀਆ ਭੈੜੀ ਕਿਉਂ ਦਿਖਦੀ ਹੈ, ਮਾੜੇ ਕਿਉਂ ਦਿਖਦੇ? ਆਪਾਂ ਦੁੱਧ ਧੋਤੇ हैं। ਆਪਾਂ इकबाल ने ताही लिख दिता, ना थी जब के हमें खुद अपनी खबर, मैनू अपना नहीं सी पता। राह देखता गैरों कोई ऐबो हुनर, दुनिया दे अवगणे देखदा फिर। पड़ी अपनी ही जानू पे जब ये नजर, जिदन मैं अंदर चाती मारी अपने, जहां में कोई बुरा ना रहा। दुनिया ही साधा दी दिखण लग पई। अज के आखो ये तो भैड़े ही ना दिखते, चंगे आपा है। जेड़ा बंदा समझवे कि मैं माड़ा है, दुनिया चंगिया दी हो जानी। हम नहीं चंगे, बुरा रहना ही कोई नहीं, पर आपा चंगे हैं इस करके चंगा दिखदा कोई नहीं, सब बुरे दिखदे। पारंगत दान पड़ी वदे, नानक राज चलाया पर उपकार। सच दा किला बनाउण खातिर किते चूने दी नहीं रख हो जूगी, लोहे दा कड़ा लग जूगा। वो तो लोहा झूठा है, चूना ते झूठा है, पत्थर ते झूठा है, कंक्रीट ते झूठी है। ये नहीं रख के सच दा किला नहीं बन सकता। सच दा किला बन सकता है सत संतोख धर्म धीरज वैराग, करना मैत्री मुदता। केड़ा है किला भाई? किते दिखदा तो है नहीं, किते बाबे नानक ने ननकाने बनाया, कबीर साहब एमनाबाद, डिटेल च नहीं जाता मैं। जिदन गुरु नानक दे बचन मन लोगे ना, ये शरीर ही सच दा किला बन जाना है। अज के यही सच दा किला, और नहीं बाहर बनना कोई, यही सच। पर नी रखन खातर मटीरियल चाहिए।
ਜਿਹੋ ਜਿਹਾ ਮਕਾਨ ਬਣਾਉਣਾ ਹੋਵੇ ਉਹੋ ਜਿਹਾ। ਬਾਬੇ ਨਾਨਕ ਨੇ ਸੱਚ ਦਾ ਕਿਲਾ ਬਣਾਇਆ, ਧਰਮ ਦਾ। ਸੇਵਾ ਸਿਮਰਨ ਉਹਦੀ ਨੀਂਹ ਵਿੱਚ ਪਾ ਦਿੱਤੀ। ਇਹ ਦੋ ਚੀਜ਼ਾਂ ਹੈਗੀਆਂ, ਕਿਲਾ ਖੜਾ ਹੈ ਤੇਰਾ। ਜੇ ਸੇਵਾ ਤੇ ਸਿਮਰ ਨਹੀਂ, ਫਿਰ ਗੁਰੂ ਗ੍ਰੰਥ ਸਾਹਿਬ ਜੀ ਨੇ ਕਹਿ ਦਿੱਤਾ, ਭਾਈ ਰੇ ਭਗਤਹੀਣ ਕਾਹੇ ਜਗ ਆਇਆ, ਪੂਰੇ ਗੁਰ ਕੀ ਸੇਵ ਨ ਕੀਨੀ, ਬਿਰਥਾ ਜਨਮ ਗਵਾਇਆ। ਕਿਹੜਾ ਬਚਨ ਹੈ, ਬਹੁਤ ਕਿਹੜਾ। ਕੋਈ ਫਰਕ ਨਹੀਂ, ਆਪਾਂ ਵੀ ਵੈਦਰ ਪ੍ਰੂਫ ਹੈ। ਅੱਜ ਕੇ ਆਖੋ ਸੱਚ, ਦੋ ਪਈਆਂ ਕਿੱਧਰ ਗਈਆਂ ਸਦਕੇ ਮੇਰੀ ਟੂਈ। ਜਿੰਨਾ ਛਿੱਤਰ ਬਾਬੇ ਨੇ ਖੜਕਾਇਆ ਨਾ ਆਪਣੇ ਪਰ, ਬਸ ਤਕੜੇ ਜਿਹੜੇ ਸਹਾਰ ਗਏ। ਖੜਨਾ ਔਖਾ। ਜੁੱਤੀਆਂ ਦੋ ਤਰ੍ਹਾਂ ਦੀਆਂ ਹੁੰਦੀਆਂ, ਯਾਦ ਹੈ ਪੰਜਾਬੀਓ? ਭੁੱਲਿਓ ਨਾ। ਇੱਕ ਸੁੱਕੀ, ਇੱਕ ਸਿਆਣੇ ਕਹਿੰਦੇ ਹੋਏ ਭਿਉਂ ਕੇ ਮਾਰਨੀ। ਯਾਦ ਹੋਣੀ ਹੈ ਥੋੜੀ, ਭਿਉਂ ਭਿੱਜੀ ਹੋਈ। ਉਹ ਮੇਰੀ ਬੇਨਤੀ ਹੈ ਮਹਾਰਾਜ ਦੇ ਚਰਨਾਂ 'ਚ, ਸੱਚੇ ਪਾਤਸ਼ਾਹ ਸੁੱਕੀਆਂ ਤੇ ਵੀ ਬਚਾ ਕੇ ਹੀ ਰੱਖੇ। ਉਹਦੀ ਉਹ ਕਿਰਪਾ। ਜੁੱਤੀ ਤਾਂ ਜੁੱਤੀ ਹੁੰਦੀ ਹੈ, ਉਹ ਜੁੱਤੀ ਤਾਂ ਪੈਰ 'ਤੇ ਚੰਗੀ ਲੱਗਦੀ ਹੈ, ਹੱਥ ਵਿੱਚ ਆਈ ਨਹੀਂ ਤੇ ਕੰਮ ਵਿਗੜਿਆ। ਪਰ ਇੱਕ ਹੁੰਦੀ ਹੈ ਭਿਉਂ ਕੇ, ਸੱਟ ਤਾਂ ਸੁੱਕੀ ਦੀ ਵੀ ਵੱਜੂਗੀ ਨਾ। ਭਿੱਜੀ 'ਚ ਕੀ ਫਰਕ ਹੈ? ਭਿੱਜੀ ਨੇ ਕੱਲੀ ਸੱਟ ਨਹੀਂ ਮਾਰਨੀ, ਜੇ ਟੂਹੀ 'ਚ ਪੈ ਗਈ ਨਾ, ਉਹਨੇ ਨਾਲ ਲਿਖ ਦੇਣਾ ਬਾਟਾ ਨੰਬਰ 9। ਉਹਨੇ ਕੰਪਨੀ ਦਾ ਨਾਂ ਵੀ ਟੂਹੀ ਤੇ ਛਾਪ ਦੇਣਾ। ਇਹ ਫਲੈਕਸ ਦੀ ਹੈ, ਮੇਡ ਇਨ ਚਾਈਨਾ ਹੈ। ਇੰਨਾ ਫਰਕ ਹੁੰਦਾ। ਬੜੀਆਂ ਭਿਉਂ ਕੇ ਬਾਬਾ ਮਾਰ ਰਿਹਾ, ਪਰ ਪੱਥਰ ਬਣ ਗਏ, ਕੋਈ ਅਸਰ ਹੀ ਨਹੀਂ ਹੋਇਆ। ਅੱਜ ਕੇ ਆਖੋ ਬੜਾ ਮੀਂਹ ਪੈਂਦਾ, ਪੱਥਰ ਸੁੱਕੇ ਦਾ ਸੁੱਕ। ਉਹ ਸਾਡਾ ਹਾਲ ਹੋ ਗਿਆ। ਜ਼ਿੰਦਗੀ ਲੰਘ ਗਈ ਗੁਰਦੁਆਰਿਆਂ 'ਚ ਘੁੰਮਦਿਆਂ ਦੀ, ਕਥਾ ਕੀਰਤਨ ਕਰਦਿਆਂ ਦੀ, ਦੇਗਾਂ ਕਰਾਉਂਦਿਆਂ ਦੀ, ਖੰਡ ਪਾਠ ਕਰਾਉਂਦਿਆਂ ਦੀ, ਬਦਲਿਆ ਕੱਖ ਵੀ ਨਹੀਂ। ਟੈਂਪਰੇਚਰ ਉਹਨੇ ਦਾ ਉਹਨੇ ਵਧਿਆ। ਤਾਂ ਜੇ ਸੱਚ ਦਾ ਕਿਲਾ ਬਣਾਉਣਾ, ਆ ਹੈ ਤੁਹਾਡਾ ਸਰੀਰ। ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਕੀ ਬਣਾਇਆ ਹੋਇਆ ਆਪਾਂ ਨੇ ਬਣਾਇਆ ਹੋਇਆ। ਗੱਲਾਂ ਕਰਦੇ ਕਹਿੰਦੇ ਸੱਚ ਕਿਤੇ ਰਿਹਾ ਹੀ ਨਹੀਂ ਗਿਆ। ਗੁਰੂ ਨਾਨਕ ਕਹਿੰਦਾ ਸੱਚ ਦਾ ਘਰ ਬਣਾਇਆ ਮੈਂ ਦੁਨੀਆ। ਇੱਕ ਹੋਰ ਬਚਨ ਕਹਿ ਦਿੱਤਾ, ਇਹ ਨਹੀਂ ਕਿਹਾ ਕਿ ਸੱਚੇ ਦਾ ਘਰ ਹੈ, ਗਾਹਾਂ ਵੀ ਕਿਹਾ ਇਹ ਜਗ ਸੱਚੇ ਕੀ ਹੈ ਕੋਠੜੀ। ਇਹ ਮਕਾਨ ਸੱਚੇ ਦਾ ਹੈ। ਗਾਹਾਂ ਪਤਾ ਕੀ ਟੈਕਨੀਕ ਹੈ? ਕਈ ਵਾਰ ਤੁਸੀਂ ਮਕਾਨ ਬਣਾ ਕੇ ਕਿਰਾਏ ਤੇ ਦੇ ਦਿੰਦੇ, ਦੂਜੇ ਨੂੰ ਦੇ ਦਿੰਦੇ। ਮਾਲਕ ਹੋਰ ਹੁੰਦਾ, ਰਹਿਣ ਵਾਲਾ ਹੋਰ ਹੁੰਦਾ। ਗੁਰੂ ਨਾਨਕ ਕਹਿੰਦੇ ਇਹ ਵੀ ਵਹਿਮ ਕੱਢ ਦੋ। ਇਸ ਜੱਗ ਦੇ ਮਕਾਨ ਦਾ ਮਾਲਕ ਵੀ ਆਪ ਹੈ ਤੇ ਵਿੱਚ ਰਹਿੰਦਾ ਵੀ ਆਪ ਹੈ। ਅਜ ਕੇ ਆਖੋ ਸੱਚੇ ਕਾ ਵਿਚਵਾਸ। ਲਹਿਣੇ ਧਰਿਉਨ ਛਤ ਸਿਰ, ਕਰ ਸਿਵਤੇ ਅੰਮ੍ਰਿਤ ਪੀਵਦਾ। ਐਸੇ ਗੁਰੂ ਨਾਨਕ ਦੇਵ ਜੀ ਨੇ ਕਿਲਾ ਬਣਾਇਆ ਸੱਚ ਦਾ। ਦੈਵੀ ਗੁਣ ਨੀਚ ਪਾਤੇ, ਐਸੀ ਪੱਕੀ ਨਹੀਂ ਕਿ ਉਸ ਕਿਲੇ ਵਿੱਚ ਕਿਸੇ ਨੂੰ ਗੱਦੀ ਵੀ ਤਾਂ ਦੇਣੀ ਸੀ ਨਾ, ਬਿਠਾਲਣਾ ਵੀ ਸੀ। ਬਿਠਾਲਿਆ ਕਿਹਨੂੰ? ਲੈਣੇ ਧਰਿਉਨ ਛੱਤ ਸਿਰ। ਉਸ ਕਿਲੇ ਦਾ ਛਤਰ, ਇਸ ਸਿੱਖੀ ਦੇ ਮਹਿਲ ਦਾ ਛਤਰ ਕਹਿ ਦਿੱਤਾ ਭੱਟਾਂ ਨੇ, ਗੁਰੂ ਨਾਨਕ ਨਿਕਟ ਵਸੈ ਬਨਵਾਰੀ, ਤਿਨ ਲੈਣਾ ਧਾਰ ਜੋਤ ਜਗ ਧਾਰੀ, ਲੈਣੇ ਪੰਥ ਧਰਮ ਕਾ ਕੀਆ। ਇਸ ਕਿਲੇ ਵਿੱਚ ਕਿਸੇ ਹੋਰ ਨੂੰ ਨਹੀਂ ਬਿਠਾਲਿਆ, ਇਹਦਾ ਰਾਜ ਕਿਸੇ ਹੋਰ ਨੂੰ ਨਹੀਂ ਦਿੱਤਾ। ਆਪਣੇ ਹੱਥੀਂ ਲੈਣੇ ਧਰੇ ਉਹਨੇ ਛੱਤ ਸਿਰ। ਕਦੋਂ ਧਰਿਆ? ਐਵੇਂ ਧਰਤਾ, ਕਰ ਸਿਫਤੀ ਅੰਮ੍ਰਿਤ ਪੀਵਦੈ। ਲੈਣੇ ਨੂੰ ਕਦੋਂ ਛਤਰ ਦਿੱਤਾ? ਜਦੋਂ ਬਾਬਾ ਨਾਨਕ ਸਮਝ ਗਿਆ
ਹੁਣ ਇੱਕ ਅਕਾਲ ਪੁਰਖ ਦੀ ਸਿਫਤ ਦਾ ਹੀ ਅੰਮ੍ਰਿਤ ਲੈਣਾ ਪੀ ਰਿਹਾ ਹੈ। ਜਗ ਦੀਆਂ ਸਿਫਤਾਂ ਤੋਂ ਉੱਚਾ ਉੱਠ ਕੇ ਹੁਣ ਦੁਨੀਆ ਦੇ ਰਾਸੀ ਨੂੰ ਅੰਮ੍ਰਿਤ ਨਹੀਂ ਲੱਗਦੇ। ਇੱਕੋ ਇੱਕ ਰਸ ਮੀਠਾ ਕਿਹੜਾ, ਹਰ ਬਿਨ ਕਛੂ ਨ ਲਾਗਈ ਭਗਤਨ ਕੋ ਮੀਠਾ। ਆਨ ਸਾਧ ਸਭ ਫੀਕਿਆ। ਫਰੀਦ ਵੀ ਪੁੱਜ ਗਿਆ ਸੀ ਇੱਥੇ। ਫਰੀਦ ਕਰ ਸਿਫਤੀ ਅੰਮ੍ਰਿਤ ਪੀ। ਉਹਨੇ ਵੀ ਮਾਂ ਨੂੰ ਕਹਿਤਾ, ਮਾਂ ਤੇਰੀ ਸ਼ੱਕਰ ਮਿੱਠੀ, ਤੇਰਾ ਸ਼ਹਿਦ ਮਿੱਠਾ, ਤੇਰਾ ਦੁੱਧ ਮਿੱਠਾ, ਤੇਰੀ ਮਿਸ਼ਰੀ ਨਿਵਾਤ ਮਿੱਠੀ। ਮਿੱਠੀਆਂ ਹੈਗੀਆਂ ਪਰ ਮੇਰੇ ਅੱਲਾ ਜਿੰਨੀਆਂ ਮਿੱਠੀਆਂ ਨਹੀਂ ਹੈ। ਅੱਜ ਕੇ ਆਖੋ ਸਭ ਉਹ ਵੀ ਇੱਥੇ ਪੁੱਜ ਗਏ ਸੀ। ਲੈਣਾ ਇੱਥੇ ਪੁੱਜ ਗਿਆ ਸੀ। ਦੁਨੀਆ ਦੇ ਰਸ, ਦੁਨੀਆ ਦੀਆਂ ਸਿਫਤਾਂ ਪਿੱਛੇ ਰਹਿ ਗਈ। ਇੱਕ ਗੁਰੂ ਨਾਨਕ ਦੀ ਸਿਫਤ, ਗੁਰੂ ਨਾਨਕ ਦੇ ਬਚਨਾਂ ਨੂੰ ਅੰਮ੍ਰਿਤ ਕਰਕੇ ਪੀ ਜਾਣਾ। ਕੌੜੇ ਹੋ ਪੀ ਗਿਆ, ਆਊਗੀ ਕਥਾ। ਇਹ ਤੋਂ ਕੌੜਾ ਬਚਨ ਕੀ ਹੋਵੇਗਾ? ਤੂੰ ਮੁਰਦੇ ਨੂੰ ਖਾ, ਗਲੇ ਸੜੇ ਲਾਸ਼ ਨੂੰ ਖਾ। ਐਸਾ ਬਚਨ ਵੀ ਲੈਣੇ ਨੇ ਅੰਮ੍ਰਿਤ ਕਰਕੇ ਪੀ ਲਿਆ। ਗੱਜ ਕੇ ਆਖੋ ਸਗੋਂ ਹੱਥ ਬੰਨ ਕੇ ਬੇਨਤੀ ਕੀਤੀ, ਸਤਿਗੁਰ 10 ਪੈਰਾਂ ਵੱਲੋਂ ਖਾਵਾਂ ਕਿ ਸਿਰ ਵੱਲੋਂ ਖਾਵਾਂ? ਤੇਰਾ ਹੁਕਮ ਮੈਨੂੰ ਅੰਮ੍ਰਿਤ ਹੈ, ਪਰ ਉਹ ਵੀ ਆਪਣੀ ਮਰਜ਼ੀ ਨਹੀਂ ਵਰਤਣੀ। ਅੰਮ੍ਰਿਤ ਨੂੰ ਵੀ ਉਧਰੋਂ ਪੀਵਾਂਗਾ ਜਿੱਧਰੋਂ ਤੂੰ ਕਹੇਂਗਾ। ਕਰ ਸਿਫਤੀ ਅੰਮ੍ਰਿਤ, ਐਵੇਂ ਨਹੀਂ ਲੈਣੇ ਸਿਰ ਛਤਰ ਧਰ ਦਿੱਤਾ। ਸੱਚ ਦਾ ਕਿਲਾ, ਦੈਵੀ ਗੁਣਾ ਦੀ ਨੀਂਹ, ਤੇ ਉਹਦੇ ਵਿੱਚ ਛਤਰ ਕਿਹਨੂੰ ਦਿੱਤਾ? ਜਿਹਨੂੰ ਪਰਖ ਲਿਆ ਕਿ ਹੁਣ ਬਸ ਨਾਮ ਅੰਮ੍ਰਿਤ, ਵਾਹਿਗੁਰੂ ਦੇ ਗੁਰੂ ਦੇ ਬਚਨ ਇਹਨੂੰ ਅੰਮ੍ਰਿਤ ਬਣ ਗਏ, ਮਿੱਠੇ ਲੱਗਣ ਲੱਗ ਪਏ। ਦੇ ਦਿੱਤਾ ਛਤਰ। ਮਤ ਗੁਰ ਆਤਮ ਦੇਵ ਦੀ, ਖੜਗ ਜੋਰ ਪਰਾ ਕੋਏ ਜੀਦੈ। ਹੁਣ ਮੈਂ ਖਿਮਾ ਲਾਉਂਗਾ, ਇਸ ਤੁਕ ਨੂੰ ਡਿਟੇਲ ਵਿੱਚ ਜਾਣਾ ਪੈਣਾ, ਸਿਖਾਈ ਤੁਕ ਨਹੀਂ। ਇੱਥੋਂ ਹੀ ਬਚਨ ਤੁਹਾਡੇ ਨਾਲ ਕੱਲ ਅੰਮ੍ਰਿਤ ਵੇਲੇ ਦੇ ਸਮੇਂ ਨੋਟ ਕਰ ਲਿਓ ਸੰਗਤ। ਇਹ ਕਥਾ ਦੋਵੇਂ ਟਾਈਮ ਚੱਲਣੀ ਹੈ, ਸਵੇਰੇ 7 ਤੋਂ 8, ਸ਼ਾਮ ਨੂੰ 6 ਤੋਂ 7:30। ਕਿਉਂ ਚੱਲਣੀ ਹੈ ਦੋਵੇਂ ਟਾਈਮ? ਪ੍ਰਬੰਧਕਾਂ ਦਾ ਬਚਨ ਨੇ, ਗੁਰੂ ਮਹਾਰਾਜ ਕਿਰਪਾ ਕਰਨ, ਕਿਉਂਕਿ 26 ਤਰੀਕ ਤੱਕ ਇਸ ਫੇਰੇ ਵਿੱਚ ਮੈਂ ਤੁਹਾਡੇ ਚਰਨਾਂ ਵਿੱਚ ਇੱਥੇ, ਫਿਰ 4 ਦਿਨ ਦਾ ਸਮਾਂ ਪ੍ਰਬੰਧਕਾਂ ਨੇ 100 ਸਾਲ ਦੇ ਦਿੱਤਾ। ਕੋਸ਼ਿਸ਼ ਕਰਨੀ ਹੈ ਮਹਾਰਾਜ ਕਿਰਪਾ ਕਰਨ ਇਸ ਬਾਣੀ ਨੂੰ ਆਪਾਂ ਸੰਪੂਰਨ ਕਰ ਸਕੀਏ। ਇਸ ਕਰਕੇ ਦੋਵੇਂ ਟਾਈਮ ਇਸੇ ਬਾਣੀ ਦੀ ਇਹ ਜੋ ਸ਼ਬਦ ਆਇਆ, ਮਤ ਗੁਰ ਆਤਮ ਦੇਵ ਦੀ, ਖੜਗ ਜੋਰ ਪਰਾਕ ਹੋਏ ਜੀਦ। ਇਹਦੀ ਵਿਚਾਰ ਆਪਾਂ ਗੁਰੂ ਦੀ ਰੋਸ਼ਨੀ, ਗੁਰੂ ਜੀ ਦਾ ਸਿਰ ਤੇ ਮਿਹਰ ਭਰਿਆ ਹੱਥ ਲੈ ਕੇ ਤਾਂ ਹੀ ਬਾਣੀ ਨੂੰ ਸਮਝ ਸਕਾਂਗੇ। ਤੁਹਾਡਾ ਵੀ ਧੰਨਵਾਦ ਹੈ, ਗੁਰੂ ਦੀ ਮਿਹਰ ਹੈ ਜੋ ਕਥਾ ਵਿੱਚ ਇੰਨੀ ਸ਼ਾਂਤੀ, ਇੰਨਾ ਧਿਆਨ। 5-7 ਚਿਮਟੇ ਖੜਕਦੇ ਹੈ, 3-4 ਢੋਲਕੀਆਂ ਵੱਜਦੀਆਂ, 15-20 ਮੈਕ ਲੱਗੇ ਨੇ। ਜਾਓਗੇ ਕਿੱਥੇ? ਬੰਨੇ ਬੈਠਣਾ ਹੀ ਪੈਣਾ ਹੈ। ਅੱਜ ਕਿਹਾ ਕੋ ਸਤਨਾਮ, ਇੱਥੇ ਚੂ ਵੀ ਨਹੀਂ ਹੋ ਰਹੀ, ਫੇਰ ਟਿਕਾ ਹੋਣਾ। ਤਾਂ ਹੀ ਕਹਿ ਦਿੱਤਾ ਮੇਰੇ ਸਤਿਗੁਰਾਂ ਨੇ, ਸਭ ਤੇ ਉਤਮ ਹਰ ਕੀ। ਬਹੁਤ ਬਹੁਤ ਧੰਨਵਾਦ ਗੁਰਦੇਵ ਮੇਰੇ ਸੱਚੇ ਪਾਤਸ਼ਾਹ ਗੁਰੂ ਅਰਜਨ ਪਾਤਸ਼ਾਹ, ਬਾਣੀ ਦੇ ਅਰਥਾਂ ਦੇ ਭੁੱਲਾਂ ਤੋਂ ਖਿਮਾ ਬਖਸ਼ਣ, ਅੱਗੇ ਨੂੰ ਸੁਧ ਸੇਵਾ ਕਰਨ ਦਾ ਪਠਾਨਕੋਟ ਵੇਰ ਸ਼ੁਕਰ ਹੈ ਗੁਰੂ ਤੇ ਗੁਰੂ ਦੀਆਂ ਸੰਗਤਾਂ, ਇੱਥੇ ਦੀਆਂ ਮੇਰੀਆਂ ਮਾਵਾਂ ਭੈਣਾਂ ਜੋ ਸਿਮਰਨ ਦੀ ਸੇਵਾ, ਲੰਗਰ ਦੀ ਸੇਵਾ ਦਰਬਾਰ ਵਿੱਚ ਕਰਦੀਆਂ ਨੇ, ਉਹਨਾਂ ਵੱਲੋਂ ਮਾਇਆ ਇਕੱਠੀ ਕਰਕੇ ਇੱਕ ਗਰੀਬ ਬੱਚੀ ਦੇ ਵਿਆਹ ਦੀ ਸੇਵਾ ਅੱਜ ਬਖਸ਼ੀ ਗਈ ਹੈ। ਉਹਨਾਂ ਦਾ ਵੀ ਬਹੁਤ ਧੰਨਵਾਦ। 2-3 ਪ੍ਰੇਮੀਆਂ ਵੱਲੋਂ ਗਰੀਬਾਂ ਦੀਆਂ ਅੱਖਾਂ ਦੇ ਆਪਰੇਸ਼ਨਾਂ ਵਾਸਤੇ ਮਾਇਆ ਆਈ ਹੈ, ਉਹਨਾਂ ਦਾ ਵੀ ਬਹੁਤ ਧੰਨਵਾਦ।
ਅੱਠ ਸੜ ਤੀਰਥ ਸਗਲ ਪੁੰਨ। ਜੀ ਦਇਆ ਤੁਹਾਡੀ ਬਖਸ਼ੀ ਹੋਈ ਮਾਇਆ ਸਤਿਗੁਰ ਸਫਲੀ ਕਰਨ। ਸੁਣੇ ਹੋਏ ਗੁਰੂ ਦੇ ਬਚਨ ਸਾਡੇ ਹਿਰਦੇ ਵਸਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ